ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤਾਂ ਸਟਾਰਟ ਕਰਦੇ ਹਾਂ ਫਿਰ ਆਪਾਂ ਆਪਣੀ ਅੱਜ ਦੀ ਕਰੰਟ ਅਫੇਅਰ ਦੀ ਕਲਾਸ। ਠੀਕ ਹੈ, ਤਾਂ ਸਭ ਤੋਂ ਪਹਿਲੀ ਨਿਊਜ਼ ਤੁਸੀਂ ਲਿਖੋਗੇ ਗ੍ਰੀਨ ਬਿਲਡਿੰਗ ਅਵਾਰਡ ਕਿਹਨੂੰ ਮਿਲਿਆ 2022 ਦਾ ਗ੍ਰੀਨ ਬਿਲਡਿੰਗ ਅਵਾਰਡ। ਗ੍ਰੀਨ ਬਿਲਡਿੰਗ ਅਵਾਰਡ 2022 ਦਾ। ਯਾਦ ਰੱਖਿਓ ਇਹ ਮਿਲਿਆ UIDAI ਦੀ ਹੈੱਡਕੁਆਟਰ ਦੀ ਬਿਲਡਿੰਗ ਨੂੰ, ਉਡਾਈ ਦੀ ਹੈੱਡਕੁਆਟਰ ਦੀ ਬਿਲਡਿੰਗ ਨੂੰ। ਠੀਕ ਹੈ, ਹੁਣ ਨਾ ਸਭ ਤੋਂ ਪਹਿਲਾਂ ਤਾਂ ਆਪਣੇ ਕੋਲ ਆ ਕੀ ਹੈ UIDAI। ਇਹ ਆਪਾਂ ਨੂੰ ਇਹਦੀ ਫੁੱਲ ਫੋਰਮ ਪਤਾ ਹੋਣੀ ਚਾਹੀਦੀ ਹੈ। ਜਦੋਂ ਵੀ ਨਾ ਕੋਈ ਆਧਾਰ ਦੇ ਰਿਲੇਟਡ ਆਪਣੇ ਕੋਲ ਕੋਈ ਵੀ ਆਧਾਰ ਦੇ ਰਿਲੇਟਡ ਅਸੀਂ ਟਿਕ ਕਰਨੀ ਹੋਈ ਕੋਈ ਔਰਗੇਨਾਈਜੇਸ਼ਨ, ਤਾਂ ਤੁਸੀਂ ਇਹ ਟਿਕ ਕਰ ਦੋਗੇ। ਇਹ ਹੈਗਾ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ। ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ। ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਉਡਾਈ। ਠੀਕ ਹੈ, ਤਾਂ ਇਹਦੀ ਜਿਹੜੀ ਹੈੱਡਕੁਆਟਰ ਦੀ ਬਿਲਡਿੰਗ ਆ ਉਹਨਾਂ ਨੂੰ ਜਿਹੜਾ ਆਪਣੇ ਕੋਲ ਗ੍ਰੀਨ ਬਿਲਡਿੰਗ ਅਵਾਰਡ ਮਿਲਿਆ। ਤਾਂ ਉਡਾਈ ਦੇ ਹੈੱਡਕੁਆਟਰ ਕਿੱਥੇ ਨੇ ਸਾਨੂੰ ਉਹ ਵੀ ਪਤਾ ਹੋਵੇ। ਠੀਕ ਹੈ, ਤਾਂ ਉਡਾਈ ਦੇ ਜਿਹੜੇ ਹੈੱਡਕੁਆਟਰ ਨੇ ਉਹ ਹੈਗੇ ਨੇ ਜੀ ਆਪਣੇ ਕੋਲ ਨਿਊ ਦਿੱਲੀ ਦੇ ਵਿੱਚ। ਠੀਕ ਹੈ, ਤਾਂ ਸਿੱਧੀ ਵਨ ਲਾਈਨਰ ਨਿਊਜ਼ ਹੈ, ਈਜ਼ੀਲੀ ਆਪਣੇ ਯਾਦ ਰਹਿ ਜੂਗੀ। ਗ੍ਰੀਨ ਬਿਲਡਿੰਗ ਅਵਾਰਡ 2022 ਦਾ ਕਿਹਨੂੰ ਮਿਲਿਆ ਹੈ? ਉਡਾਈ ਨੂੰ। ਠੀਕ ਹੈ, ਉਡਾਈ ਦੀ ਹੈੱਡਕੁਆਟਰ ਦੀ ਬਿਲਡਿੰਗ ਜਿਹੜੀ ਕਿੱਥੇ ਹੈ? ਨਿਊ ਦਿੱਲੀ ਦੇ ਵਿੱਚ। ਤਾਂ ਉਡਾਈ ਕਿਹਦੇ ਨਾਲ ਰਿਲੇਟਡ ਹੈ? ਆਧਾਰ ਨਾਲ। ਠੀਕ ਹੈ, ਤਾਂ ਅਗਲੀ ਜਿਹੜੀ ਆਪਾਂ ਨੇ ਨਿਊਜ਼ ਕਰਨੀ ਹੈ ਉਹ ਹੈਗੀ ਹੈ ਸਪੋਰਟਸ ਦੀ। 2022 IWF ਵਰਲਡ ਚੈਂਪੀਅਨਸ਼ਿਪ। ਤਾਂ ਨਾ ਇਹਦੇ ਵਿੱਚ ਜਿਹੜੇ ਆਪਣੇ ਇੰਡੀਅਨ ਵੇਟ ਲਿਫਟਰ ਨੇ, ਠੀਕ ਹੈ, ਉਹਨਾਂ ਨੇ ਮੈਡਲ ਜਿੱਤੇ। ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਹੋਇਆ ਕਿੱਥੇ ਹੈ। ਠੀਕ ਹੈ, ਫਿਰ ਇਹਦਾ ਵਿਨਰ ਕੌਣ ਸੀ ਉਹ ਅਸੀਂ ਸਾਰਾ ਦੇਖ ਲਾਂਗੇ। ਠੀਕ ਹੈ, ਤਾਂ ਜਿਹੜਾ ਆਪਣੇ ਕੋਲ IWF ਵਰਲਡ ਚੈਂਪੀਅਨਸ਼ਿਪ 2022 ਦਾ ਇਹ ਬਗੋਟਾ ਕੋਲੰਬੀਆ ਦੇ ਵਿੱਚ ਹੋਇਆ। ਹੈਲਡ ਇਨ ਬਗੋਟਾ ਕੋਲੰਬੀਆ ਦੇ ਵਿੱਚ ਹੋਇਆ। ਅਤੇ ਇੰਡੀਅਨ ਵੇਟ ਲਿਫਟਰ ਜਿਹੜੀ ਮੀਰਾਬਾਈ ਚਾਨੂ ਆ ਉਹਨਾਂ ਨੂੰ ਸਿਲਵਰ ਮੈਡਲ ਮਿਲਿਆ ਇਹਦੇ ਵਿੱਚ। ਠੀਕ ਹੈ, ਤਾਂ ਇੰਡੀਅਨ ਵੇਟ ਲਿਫਟਰ ਕੀ ਨਾਮ ਹੈ? ਮੀਰਾਬਾਈ ਚਾਨੂ। ਇੰਡੀਅਨ ਵੇਟ ਲਿਫਟਰ ਮੀਰਾਬਾਈ ਚਾਨੂ ਵਨ ਸਿਲਵਰ ਮੈਡਲ ਠੀਕ ਹੈ, ਵਨ ਸਿਲਵਰ ਮੈਡਲ ਅੰਡਰ 49 ਵੂਮੈਨ ਕੈਟਾਗਰੀ। ਅੰਡਰ 49 kg ਵੂਮੈਨ ਕੈਟਾਗਰੀ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਯਾਦ ਹੋਣਾ ਚਾਹੀਦਾ ਵੀ ਜਿਹੜਾ 2022 ਦਾ IWF ਵਰਲਡ ਚੈਂਪੀਅਨਸ਼ਿਪ ਹੈ ਕਿੱਥੇ ਹੋਇਆ? ਬਗੋਟਾ ਕੋਲੰਬੀਆ ਦੇ ਵਿੱਚ ਹੋਇਆ। ਅਤੇ ਇੰਡੀਅਨ ਵੇਟ ਲਿਫਟਰ ਮੀਰਾਬਾਈ ਚਾਨੂ ਇਹਦੇ ਵਿੱਚ ਸਿਲਵਰ ਮੈਡਲ ਇਹਨਾਂ ਨੇ ਪ੍ਰਾਪਤ ਕੀਤਾ 49 ਕਿਲੋਗ੍ਰਾਮ ਕੈਟਾਗਰੀ ਦੇ ਵਿੱਚ। ਠੀਕ ਹੈ, ਤਾਂ ਫਿਰ ਆਪਾਂ ਨੂੰ ਇਹ ਪੁੱਛ ਸਕਦੇ ਵੀ ਗੋਲਡ ਕਿਹਨੇ ਜਿੱਤਿਆ? ਵੈਸੇ ਆਪਾਂ ਨੇ ਜ਼ਿਆਦਾਤਰ ਆਪਣਾ ਇੰਡੀਆ ਦਾ ਤਾਂ ਯਾਦ ਰੱਖਣਾ ਵੀ ਮੀਰਾਬਾਈ ਚਾਨੂ ਨੂੰ ਇਹਦੇ ਵਿੱਚ ਸਿਲਵਰ ਮੈਡਲ ਮਿਲਿਆ। ਤਾਂ ਜਿਹੜਾ ਗੋਲਡ ਮੈਡਲ ਜਿੱਤਿਆ ਇਹਦੇ ਵਿੱਚ ਉਹ ਕਿਹਨੇ ਜਿੱਤਿਆ? JING ਜਿਹਾਂਗ HUA ਆਫ ਚਾਈਨਾ। ਠੀਕ ਹੈ, ਪ੍ਰਨਾਊਂਸੀਏਸ਼ਨ ਆਪੋ ਆਪਣੀ। ਠੀਕ ਹੈ, ਜਿਆਂਗ ਹੁਆ ਆਫ ਚਾਈਨਾ। ਠੀਕ ਹੈ, ਤਾਂ ਇਹਦੇ ਵਿੱਚ ਇਹਨਾਂ ਨੇ ਜਿਹੜਾ ਆਪਣੇ ਕੋਲ ਗੋਲਡ ਮੈਡਲ ਜਿੱਤਿਆ। ਠੀਕ ਹੈ, ਤਾਂ ਮੀਰਾਬਾਈ ਚਾਨੂ ਕਾਫੀ ਇਹਦੇ ਜਿਹੜੇ ਇਹਨਾਂ ਬਾਰੇ ਕੁਐਸਚਨ ਆਉਂਦੇ ਰਹਿੰਦੇ ਨੇ, ਇੰਪੋਰਟੈਂਟ ਨੇ, ਤਾਂ ਆਪਾਂ ਨੂੰ ਇਹਨਾਂ ਬਾਰੇ ਥੋੜ੍ਹਾ ਜਿਹਾ ਪਤਾ ਹੋਣਾ ਚਾਹੀਦਾ ਕਿਹੜੀ ਸਟੇਟ ਤੋਂ ਬਿਲੋਂਗ ਕਰਦੇ ਨੇ। ਠੀਕ ਹੈ, ਅਤੇ ਇਹ ਫਸਟ ਇੰਡੀਅਨ ਵੇਟ ਲਿਫਟਰ ਬਣ ਗਏ ਜਿਨ੍ਹਾਂ ਨੇ ਸਿਲਵਰ ਮੈਡਲ ਜਿੱਤਿਆ ਸੀ ਟੋਕੀਓ 2020 ਦੇ ਵਿੱਚ। ਠੀਕ ਹੈ, ਅਤੇ ਸੈਕਿੰਡ ਇੰਡੀਅਨ ਵੇਟ ਲਿਫਟਰ ਆਫਟਰ ਕਰਨਮ ਮਲੇਸ਼ਵਰੀ ਜਿਨ੍ਹਾਂ ਨੇ ਓਲੰਪਿਕ ਮੈਡਲ ਜਿੱਤਿਆ। ਵੇਟ ਲਿਫਟਰ ਪਹਿਲੇ ਬਣੇ ਸੀਗੇ। ਠੀਕ ਹੈ, ਤਾਂ ਮੈਂ ਉਰੇ ਲਿਖ ਦਿੰਦਾ ਮੀਰਾਬਾਈ ਚਾਨੂ ਬਾਰੇ। ਪਹਿਲਾਂ ਤਾਂ ਇਹ ਕਿਹੜੀ ਸਟੇਟ ਤੋਂ ਬਿਲੋਂਗ ਕਰਦੇ ਨੇ? ਤਾਂ ਯਾਦ ਰੱਖਿਓ ਇੰਫਾਲ ਮਣੀਪੁਰ। ਠੀਕ ਹੈ, ਚਾਹੇ ਤੁਸੀਂ ਇੱਧਰ ਦੁਬਾਰੇ ਮੀਰਾਬਾਈ ਚਾਨੂ ਲਿਖ ਕੇ ਕਰ ਲਿਓ। ਠੀਕ ਹੈ, ਇੰਫਾਲ ਮਣੀਪੁਰ। ਹੁਣ ਸਿਰਫ ਆਪਾਂ ਮੀਰਾਬਾਈ ਚਾਨੂ ਬਾਰੇ ਪੜ੍ਹ ਰਹੇ ਹਾਂ, ਇੰਫਾਲ ਮਣੀਪੁਰ। ਅਤੇ ਜਿਹੜੇ ਮੀਰਾਬਾਈ ਚਾਨੂ ਨੇ ਇਹ ਆਪਣੇ ਕੋਲ ਫਸਟ ਇੰਡੀਅਨ ਵੇਟ ਲਿਫਟਰ ਟੂ ਵਿਨ ਸਿਲਵਰ ਐਟ ਓਲੰਪਿਕ ਗੇਮਸ ਦੇ ਵਿੱਚ ਇਹਨਾਂ ਨੇ ਸਿਲਵਰ ਜਿੱਤਿਆ ਸੀ।
ओलंपिक गेम्स ਜਿਹੜੀਆਂ ਟੋਕੀਓ ਦੇ ਵਿੱਚ ਹੋਈਆਂ ਸੀ, ਠੀਕ ਹੈ, ਇਨ ਟੋਕੀਓ 2020। ਤਾਂ ਓਲੰਪਿਕ ਗੇਮਸ ਦੇ ਵਿੱਚ ਪਹਿਲਾ ਇੰਡੀਅਨ ਵੇਟ ਲਿਫਟਰ ਜਿਹਨੇ ਸਿਲਵਰ ਮੈਡਲ ਜਿੱਤਿਆ ਉਹ ਕੌਣ ਬਣ ਗਏ ਸੀ? ਮੀਰਾਬਾਈ ਚਾਨੂ। ਮੀਰਾਬਾਈ ਚਾਨੂ। ਅਤੇ ਓਵਰਆਲ ਐਂਡ ਸੈਕਿੰਡ ਇੰਡੀਅਨ, ਅਤੇ ਵੈਸੇ ਇਹ ਸੈਕਿੰਡ ਇੰਡੀਅਨ ਬਣ ਗਏ ਸੀ, ਸੈਕਿੰਡ ਇੰਡੀਅਨ ਵੇਟ ਲਿਫਟਰ ਆਫਟਰ ਕਰਨਮ ਮਲੇਸ਼ਵਰੀ, ਠੀਕ ਹੈ। ਟੋਕੀਓ 2020 ਦੇ ਵਿੱਚ ਪਹਿਲਾ ਮੈਡਲ ਮੀਰਾਬਾਈ ਚਾਨੂ ਨੇ ਜਿੱਤਿਆ ਸੀਗਾ, ਅਤੇ ਵੈਸੇ ਇਹ ਓਵਰਆਲ ਸੈਕਿੰਡ ਇੰਡੀਅਨ ਵੇਟ ਲਿਫਟਰ ਬਣ ਗਏ, ਸੈਕਿੰਡ ਇੰਡੀਅਨ ਵੇਟ ਲਿਫਟਰ ਆਫਟਰ ਕਰਨਮ ਮਲੇਸ਼ਵਰੀ, ਠੀਕ ਹੈ। ਆਹ ਨਾਮ ਬੜਾ ਇੰਪੋਰਟੈਂਟ ਹੈ, ਕਰਨਮ ਮਲੇਸ਼ਵਰੀ, ਕਰਨਮ ਮਲੇਸ਼ਵਰੀ। ਤਾਂ ਫਸਟ ਇੰਡੀਵਿਜੂਅਲ ਜਿਹੜਾ ਮੈਡਲ ਹੈ ਓਲੰਪਿਕਸ ਦੇ ਵਿੱਚ ਆਪਾਂ ਨੇ ਜਿੱਤਿਆ ਸੀ ਤਾਂ ਉਹ ਕਰਨਮ ਮਲੇਸ਼ਵਰੀ ਨੇ ਜਿੱਤਿਆ ਸੀ, ਠੀਕ ਹੈ। ਟੂ ਵਿਨ ਓਲੰਪਿਕ ਮੈਡਲ, ਟੂ ਵਿਨ ਐਨ ਓਲੰਪਿਕ ਮੈਡਲ, ਟੂ ਵਿਨ ਐਨ ਓਲੰਪਿਕ ਮੈਡਲ। ਚਲੋ ਰਿਪੀਟ ਕਰਦੇ ਹਾਂ ਸਾਰਾ। ਤਾਂ ਜਿਹੜੀ ਆਪਣੇ ਕੋਲ ਨਿਊਜ਼ ਸੀ ਉਹ ਤਾਂ ਇਹ ਸੀ ਕਿ ਵੀ 2022 ਦਾ IWF ਵਰਲਡ ਚੈਂਪੀਅਨਸ਼ਿਪ ਜਿਹੜਾ ਹੋਇਆ, ਠੀਕ ਹੈ, ਕਿੱਥੇ ਹੋਇਆ? ਇਹ ਬਗੋਟਾ ਕੋਲੰਬੀਆ ਦੇ ਵਿੱਚ ਹੋਇਆ। ਤਾਂ ਇਹਨੂੰ ਇੰਡੀਅਨ ਵੇਟ ਲਿਫਟਰ ਮੀਰਾਬਾਈ ਚਾਨੂ ਨੂੰ ਸਿਲਵਰ ਮੈਡਲ ਮਿਲਿਆ ਇਹਦੇ ਵਿੱਚ 49 ਕਿਲੋ ਕੈਟਾਗਰੀ ਦੇ ਵਿੱਚ। ਅਤੇ ਗੋਲਡ ਕਿਹਨੇ ਜਿੱਤਿਆ? ਜੁਐਂਗ ਹੁਈ ਆਫ ਚਾਈਨਾ, ਇੰਫਾਲ ਮਨੀਪੁਰ ਤੋਂ ਬਿਲੋਂਗ ਕਰਦੀ ਹੈ ਮੀਰਾਬਾਈ ਚਾਨੂ। ਅਤੇ ਫਸਟ ਵੇਟ ਲਿਫਟਰ ਸੀ ਜਿਨ੍ਹਾਂ ਨੇ ਸਿਲਵਰ ਮੈਡਲ ਜਿੱਤਿਆ ਸੀ ਟੋਕੀਓ 2020 ਦੇ ਵਿੱਚ। ਅਤੇ ਸੈਕਿੰਡ ਇੰਡੀਅਨ ਵੇਟ ਲਿਫਟਰ ਹੈ ਆਫਟਰ ਕਰਨਮ ਮਲੇਸ਼ਵਰੀ ਟੂ ਵਿਨ ਐਨ ਓਲੰਪਿਕ ਮੈਡਲ। ਓਲੰਪਿਕ ਮੈਡਲ ਜਿੱਤਣ ਵਾਲੀ ਇਹ ਸੈਕਿੰਡ ਇੰਡੀਅਨ ਵੇਟ ਲਿਫਟਰ ਹੈ ਆਫਟਰ ਮੀਰਾਬਾਈ ਚਾਨੂ। ਕਲੀਅਰ? ਉਰ ਤੱਕ ਨੋਟ ਕਰੋ, ਫਿਰ ਆਪਾਂ ਅੱਗੇ ਚੱਲਦੇ ਹਾਂ। ਚਲੋ ਜੀ ਨੈਕਸਟ ਨਿਊਜ਼ ਵੱਲ ਚੱਲਦੇ ਹਾਂ। ਤਾਂ ਇਹ 'ਚ ਤੁਸੀਂ ਯਾਦ ਰੱਖਿਓ ਵੀ ਦੋ ਆਪਣੇ ਕੋਲੇ ਫੀਮੇਲ ਨੇ ਜਿਨ੍ਹਾਂ ਨੇ ਆਪਣੇ ਕੋਲੇ ਜਿਹੜਾ ਓਲੰਪਿਕਸ ਦੇ ਵਿੱਚ ਮੈਡਲ ਜਿੱਤੇ ਹੋਏ ਨੇ ਵੇਟ ਲਿਫਟਰ। ਕਰਨਮ ਮਲੇਸ਼ਵਰੀ ਪਹਿਲੇ ਸੀ ਅਤੇ ਆਪਣੇ ਕੋਲੇ ਮੀਰਾਬਾਈ ਚਾਨੂ ਸੈਕਿੰਡ ਸੀ, ਠੀਕ ਹੈ। ਚਲੋ ਅਗਲੀ ਜਿਹੜੀ ਆਪਣੇ ਕੋਲ ਨਿਊਜ਼ ਆ ਉਹ ਹੈਗੀ ਕਿਸਾਨ ਦਿਵਸ ਦੇ ਉੱਪਰ। ਦੇਖੋ ਕਿਸਾਨ ਦਿਵਸ, ਕਿਸਾਨ ਦਿਵਸ ਜਿਹਨੂੰ ਆਪਾਂ ਹੋਰ ਕਹਿੰਦੇ ਹਾਂ ਨੈਸ਼ਨਲ ਫਾਰਮਰਸ ਡੇ, ਨੈਸ਼ਨਲ ਫਾਰਮਰਸ ਡੇ। ਕਿਸਾਨ ਦਿਵਸ ਜਾਂ ਨੈਸ਼ਨਲ ਫਾਰਮਰਸ ਡੇ ਇਹ ਕਦੋਂ ਮਨਾਇਆ ਜਾਂਦਾ? ਤਾਂ ਯਾਦ ਰੱਖਿਓ ਇਹ ਮਨਾਇਆ ਜਾਂਦਾ 23 ਦਸੰਬਰ ਨੂੰ, 23 ਦਸੰਬਰ ਨੂੰ। ਤਾਂ ਇੰਪੋਰਟੈਂਟ ਹੈ ਕਿਸਾਨ ਦਿਵਸ ਜਾਂ ਨੈਸ਼ਨਲ ਫਾਰਮਰਸ ਡੇ 23 ਦਸੰਬਰ ਨੂੰ। ਤਾਂ ਕਿੰਨਾਂ ਦੀ ਬਰਥ ਐਨੀਵਰਸਰੀ ਦੇ ਉੱਪਰ ਮਨਾਇਆ ਜਾਂਦਾ? ਇਹ ਇੰਪੋਰਟੈਂਟ ਹੈ। ਔਨ ਬਰਥ ਐਨੀਵਰਸਰੀ ਆਫ, ਔਨ ਦਾ ਬਰਥ ਐਨੀਵਰਸਰੀ ਆਫ ਚੌਧਰੀ ਚਰਨ ਸਿੰਘ, ਔਨ ਦਾ ਬਰਥ ਐਨੀਵਰਸਰੀ ਆਫ ਚੌਧਰੀ ਚਰਨ ਸਿੰਘ, ਠੀਕ ਹੈ। ਚੌਧਰੀ ਚਰਨ ਸਿੰਘ ਜਿਹੜੇ ਫਾਰਮਰਸ ਦੇ ਲੀਡਰ ਹੋਏ ਨੇ, ਚੌਧਰੀ ਚਰਨ ਸਿੰਘ। ਅਤੇ ਇਹ ਆਪਣੇ 5th ਪ੍ਰਾਈਮ ਮਿਨਿਸਟਰ ਸੀਗੇ ਇੰਡੀਆ ਦੇ, 5th ਪ੍ਰਾਈਮ ਮਿਨਿਸਟਰ ਆਫ ਇੰਡੀਆ। ਤਾਂ ਇਹਨਾਂ ਦੇ ਨਾਮ ਤੋਂ ਕਲੀਅਰ ਕਰ ਲਾਂਗੇ ਚੌਧਰੀ ਚਰਨ ਸਿੰਘ, ਠੀਕ ਹੈ। ਤਾਂ ਇਹਨਾਂ ਬਾਰੇ ਜਿਹੜਾ ਕੁਐਸਚਨ ਆਉਂਦਾ ਹੁੰਦਾ ਵੀ ਦਾ ਪ੍ਰਾਈਮ ਮਿਨਿਸਟਰ ਹੂ ਨੈਵਰ ਫੇਸਡ ਪਾਰਲੀਮੈਂਟ, ਠੀਕ ਹੈ। ਤਾਂ ਆਨਸਰ ਆ ਜਾਊਗਾ ਆਪਣੇ ਕੋਲ ਚੌਧਰੀ ਚਰਨ ਸਿੰਘ। ਐਂ ਲਾ ਲਓ ਇਹਨਾਂ ਨੇ ਕਦੇ ਵੀ ਪਾਰਲੀਮੈਂਟ 'ਚ ਚਰਨ ਨਹੀਂ ਪਾਏ ਸੀ, ਠੀਕ ਹੈ। PM ਹੂ ਨੈਵਰ ਫੇਸਡ ਪਾਰਲੀਮੈਂਟ ਹੋ ਜਾਊਗਾ। ਕਿਹੜੇ PM ਸੀ ਜਿਨ੍ਹਾਂ ਨੇ ਪਾਰਲੀਮੈਂਟ ਫੇਸ ਨਹੀਂ ਕੀਤਾ ਸੀ? ਤਾਂ ਆਨਸਰ ਆ ਜਾਊਗਾ ਆਪਣੇ ਕੋਲ ਚੌਧਰੀ ਚਰਨ ਸਿੰਘ, 5ਵੇਂ ਪ੍ਰਾਈਮ ਮਿਨਿਸਟਰ ਸੀ ਅਤੇ ਆਪਣੇ ਕੋਲ ਇਹ ਫਾਰਮਰਸ ਦੀ ਲੀਡਰ ਸੀ। ਤਾਂ ਕਰਕੇ ਇਹਨਾਂ ਦੇ ਜਿਹੜੇ ਬਰਥ ਐਨੀਵਰਸਰੀ ਦੇ ਉੱਪਰ ਹੈ ਕਿਸਾਨ ਦਿਵਸ ਜਾਂ ਫਿਰ ਆਪਣੇ ਕੋਲ ਨੈਸ਼ਨਲ ਫਾਰਮਰਸ ਡੇ 23 ਦਸੰਬਰ ਨੂੰ ਮਨਾਇਆ ਜਾਂਦਾ ਹੈਗਾ, ਠੀਕ ਹੈ। ਚਲੋ ਨੋਟ ਕਰੋ, ਅੱਗੇ ਚੱਲਦੇ ਹਾਂ ਫਿਰ ਆਪਾਂ। ਤਾਂ ਜਿਹੜੀ ਨੈਕਸਟ ਨਿਊਜ਼ ਹੈ ਆਪਣੇ ਕੋਲ ਉਹ ਹੈਗੀ ਫੋਰਬਸ ਹਾਈਐਸਟ ਪੇਡ ਫੀਮੇਲ ਐਥਲੀਟ 2022, ਠੀਕ ਹੈ। ਤਾਂ ਹਾਈਐਸਟ ਪੇਡ ਫੀਮੇਲ ਐਥਲੀਟ ਲਿਖਿਆ ਮੈਂ ਫੋਰਬਸ ਦੁਆਰਾ, ਠੀਕ ਹੈ। ਤਾਂ ਕੌਣ ਹੈ? ਅਤੇ ਯਾਦ ਰੱਖਿਓ ਫਸਟ ਦੇ ਜਪਾਨ ਦੀ ਹੈ ਨਾਓਮੀ ਓਸਾਕਾ, ਟੈਨਿਸ ਖੇਡਦੀ ਹੈ ਇਹ, ਠੀਕ ਹੈ। ਜਪਾਨ ਦੀ ਖਿਡਾਰਨ ਹੈ, ਠੀਕ ਹੈ। ਅਤੇ ਵੈਸੇ ਇੰਡੀਆ ਦੀ ਕੋਈ ਕਿਹੜੀ ਹੈ? ਤਾਂ ਇੰਡੀਆ ਦੀ ਜਿਹੜੀ 12ਵੇਂ ਨੰਬਰ 'ਤੇ ਆਈ ਹੈ, 12th ਹੈ, ਠੀਕ ਹੈ। PV ਸਿੰਧੂ ਬੈਡਮਿੰਟਨ ਖਿਡਾਰਨ ਆਪਣੀ, ਠੀਕ ਹੈ। ਜੇ ਇੰਡੀਆ ਦੀ ਪੁੱਛੀ ਵੀ ਇੰਡੀਆ ਦਾ ਟੌਪ 'ਤੇ ਕਿਹਨੇ ਕੀਤਾ ਆਪਣੇ ਕੋਲ, ਤਾਂ ਫੋਰਬਸ 2022 ਹਾਈਐਸਟ ਪੇਡ ਫੀਮੇਲ ਐਥਲੀਟ, ਠੀਕ ਹੈ। ਤਾਂ ਯਾਦ ਰੱਖਿਓ ਜਾਪਾਨ ਦੀ ਨਾਓਮੀ ਓਸਾਕਾ ਪਹਿਲੇ 'ਤੇ ਹੈ ਅਤੇ ਇੰਡੀਆ ਦੀ PV ਸਿੰਧੂ ਆਪਣੀ 12ਵੇਂ 'ਤੇ ਹੈ। ਤਾਂ ਨੈਕਸਟ ਨਿਊਜ਼ ਵੱਲ ਚੱਲਦੇ ਹਾਂ ਜੀ ਆਪਣੇ। ਤਾਂ ਨੈਕਸਟ ਨਿਊਜ਼ ਆਪਣੇ ਕੋਲ ਇੱਕ ਵਰਡ ਆਪਾਂ ਨੇ ਪੜ੍ਹਨਾ ਹੈ, ਬਿਨ ਫਿਊਚਰ ਸਪੈਸ਼ਲ ਪ੍ਰਾਈਜ਼, ਬਿਨ ਫਿਊਚਰ ਸਪੈਸ਼ਲ ਪ੍ਰਾਈਜ਼ 2022। ਤਾਂ ਬਿਨ ਫਿਊਚਰ ਸਪੈਸ਼ਲ ਪ੍ਰਾਈਜ਼ 2022
ਪਹਿਲਾਂ ਤਾਂ ਇਹ ਕਿਹੜੀ ਆਰਗੇਨਾਈਜੇਸ਼ਨ ਦੁਆਰਾ ਦਿੱਤਾ ਜਾਂਦਾ, ਕਿੱਥੇ ਇਹ ਹੋਇਆ ਹੈ, ਕਿੰਨੀਆਂ ਕੈਟਾਗਰੀ ਦੇ ਵਿੱਚ ਦਿੱਤਾ ਜਾਂਦਾ ਅਤੇ ਇੰਡੀਆ ਦੇ ਵਿੱਚ ਕਿਹਨੂੰ ਮਿਲਿਆ ਹੈਗਾ। ਠੀਕ ਹੈ, ਚਲੋ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਅਵਾਰਡ ਹੈਗਾ, ਠੀਕ ਹੈ, ਤਾਂ ਉਹ ਬਿਨ ਫਿਊਚਰ ਫਾਊਂਡੇਸ਼ਨ ਦੁਆਰਾ ਹੀ ਦਿੱਤਾ ਜਾਂਦਾ, ਗਿਵਨ ਬਾਈ ਬਿਨ ਫਿਊਚਰ ਫਾਊਂਡੇਸ਼ਨ, ਬਿਨ ਫਿਊਚਰ ਫਾਊਂਡੇਸ਼ਨ। ਅਤੇ ਫਿਰ ਦੂਜਾ ਇਹ ਕਿੱਥੇ ਦਿੱਤਾ ਜਾਂਦਾ, ਠੀਕ ਹੈ, ਕਿੱਥੇ ਦਿੱਤੇ ਗਏ ਨੇ ਜਿਹੜੇ ਇਹ ਅਵਾਰਡ ਨੇ, ਤਾਂ ਯਾਦ ਰੱਖਿਓ ਇਹ ਅਵਾਰਡ ਦਿੱਤੇ ਜਾਂਦੇ ਨੇ ਵੀਅਤਨਾਮ ਦੀ ਕੈਪੀਟਲ ਹੈਨੋਈ ਦੇ ਵਿੱਚ, ਹੈਨੋਈ, ਠੀਕ ਹੈ, ਮੈਂ ਬ੍ਰੈਕਟ ਲਿਖਣਾ ਵੀਅਤਨਾਮ ਦੀ ਕੈਪੀਟਲ। ਉਦੋਂ ਬਾਅਦ ਸਿੱਧਾ ਜਿਹੜਾ ਇੰਡੀਅਨ ਜਿੱਤੇ ਆਪਾਂ ਨੇ ਉਹਦਾ ਨਾਮ ਯਾਦ ਕਰ ਲੈਣਾ। ਪਹਿਲਾਂ ਤਾਂ ਆਪਾਂ ਨੇ ਤਿੰਨਾਂ ਮੇਨ ਚੀਜ਼ਾਂ, ਫਿਰ ਇਹ ਕਿੰਨੀ ਫੀਲਡ ਜਿੱਤਿਆ ਉਹ ਸਾਰਾ ਆਪਾਂ ਦੇਖ ਲਾਂਗੇ। ਤਾਂ ਜਿੱਤਿਆ ਇਹ ਪ੍ਰੋਫੈਸਰ, ਪ੍ਰੋਨਾਊਂਸੀਏਸ਼ਨ ਆਪੋ ਆਪਣੀ THALAPPIL ਥੈਲੇਪਿਲ ਪ੍ਰਦੀਪ, ਪ੍ਰੋਫੈਸਰ ਥੈਲੇਪਿਲ ਪ੍ਰਦੀਪ ਇੰਡੀਅਨ ਸਾਇੰਟਿਸਟ ਨੇ, IIT ਮਦਰਾਸ ਚੇਨਈ ਤੋਂ ਬਿਲੋਂਗ ਕਰਦੇ ਨੇ। ਤਾਂ IIT ਮਦਰਾਸ ਦੇ ਪ੍ਰੋਫੈਸਰ ਨੇ ਜਿਨ੍ਹਾਂ ਨੂੰ ਇਹ ਅਵਾਰਡ ਮਿਲਿਆ। ਠੀਕ ਹੈ, ਤਾਂ ਇਹਨਾਂ ਨੂੰ ਕਿਹੜੀ ਕੈਟਾਗਰੀ ਦੇ ਵਿੱਚ ਮਿਲਿਆ, ਸਪੈਸ਼ਲ ਪ੍ਰਾਈਜ਼ ਫॉर ਇਨੋਵੇਟਰਸ ਫਰੋਮ ਡਿਵੈਲਪਿੰਗ ਕੰਟਰੀਜ਼। ਠੀਕ ਹੈ, ਪਹਿਲਾਂ ਆਪਾਂ ਉਰੇ ਲਿਖ ਲੈਣੇ, ਜਿਹੜਾ ਇਹ ਅਵਾਰਡ ਹੈ ਯਾਦ ਰੱਖਿਓ 3 ਕੈਟਾਗਰੀਜ਼ ਦੇ ਵਿੱਚ ਦਿੱਤਾ ਜਾਂਦਾ। ਬਿਨ ਫਿਊਚਰ ਸਪੈਸ਼ਲ ਪ੍ਰਾਈਜ਼ 3 ਕੈਟਾਗਰੀਜ਼ ਦੇ ਵਿੱਚ ਦਿੱਤਾ ਜਾਂਦਾ। ਤਾਂ ਕਿਹੜੀਆਂ 3 ਕੈਟਾਗਰੀਜ਼ ਨੇ, ਸਭ ਤੋਂ ਪਹਿਲਾਂ ਫੀਮੇਲ ਇਨੋਵੇਟਰਸ ਨੂੰ, ਮਤਲਬ ਜੇ ਕੋਈ ਫੀਮੇਲਸ ਇਨੋਵੇਸ਼ਨ, ਕੋਈ ਵਧੀਆ ਇਨੋਵੇਸ਼ਨ ਕਰ ਰਹੀਆਂ ਨੇ ਤਾਂ ਉਹਨਾਂ ਨੂੰ ਦਿੱਤਾ ਜਾਂਦਾ। ਦੂਜਾ ਇਨੋਵੇਟਰਸ ਫਰੋਮ ਡਿਵੈਲਪਿੰਗ ਕੰਟਰੀਜ਼, ਇਨੋਵੇਟਰਸ ਫਰੋਮ ਡਿਵੈਲਪਿੰਗ ਕੰਟਰੀਜ਼, ਠੀਕ ਹੈ। ਅਤੇ ਜਿਹੜਾ ਆਪਣੇ ਕੋਲ ਅਵਾਰਡ ਦਿੱਤਾ ਗਿਆ ਇਹਨਾਂ ਨੂੰ ਆਪਣਾ ਇੰਡੀਅਨ ਪ੍ਰੋਫੈਸਰ, ਠੀਕ ਹੈ, ਥਲਾਪਿਲ ਪ੍ਰਦੀਪ ਨੂੰ, ਇਹਨਾਂ ਨੂੰ ਆਹੀ ਕੈਟਾਗਰੀ 'ਚ ਦਿੱਤਾ ਗਿਆ। ਠੀਕ ਹੈ, ਮਤਲਬ ਇਨੋਵੇਟਰਸ ਫਰੋਮ ਡਿਵੈਲਪਿੰਗ ਕੰਟਰੀਜ਼। ਤੀਜਾ ਇਨੋਵੇਟਰਸ ਵਿਦ ਆਊਟਸਟੈਂਡਿੰਗ ਅਚੀਵਮੈਂਟ, ਇਨੋਵੇਟਰਸ ਵਿਦ ਆਊਟਸਟੈਂਡਿੰਗ ਅਚੀਵਮੈਂਟ। ਚਲੋ ਤਾਂ ਰਿਵਾਈਜ਼ ਕਰਦੇ ਹਾਂ ਆਪਾਂ। ਜਿਹੜਾ ਅਵਾਰਡ ਹੈ ਬਿਨ ਫਿਊਚਰ ਸਪੈਸ਼ਲ ਪ੍ਰਾਈਜ਼ 2022, ਇਹ ਵੀਅਤਨਾਮ ਹੈਨੋਈ ਦੇ ਵਿੱਚ ਦਿੱਤਾ ਗਿਆ। ਬਿਨ ਫਿਊਚਰ ਫਾਊਂਡੇਸ਼ਨ ਦੁਆਰਾ ਹੀ ਇਹ ਅਵਾਰਡ ਦਿੱਤਾ ਗਿਆ। ਅਤੇ ਇਸ ਵਾਰੀ ਇੰਡੀਆ ਦੀ ਤਰਫ ਮਤਲਬ ਕਿਹਨੇ ਜਿੱਤਿਆ ਇੰਡੀਆ ਦੇ ਵਿੱਚ, ਪ੍ਰੋਫੈਸਰ ਥਲੈਪਿਲ ਪ੍ਰਦੀਪ IIT ਮਦਰਾਸ ਤੋਂ ਇਹ ਬਿਲੋਂਗ ਕਰਦੇ ਨੇ। ਅਤੇ ਯਾਦ ਰੱਖਿਓ ਇਹ ਇਦੋਂ ਪਹਿਲਾਂ ਨਾ ਇਹ ਪਦਮ ਸ਼੍ਰੀ ਵੀ ਜਿੱਤੀ ਸੀ 2020 ਦੇ ਵਿੱਚ, ਮੈਂ ਉਰੇ ਲਿਖ ਦਿੰਦਾ ਪਦਮ ਸ਼੍ਰੀ ਅਵਾਰਡੀ ਵੀ ਨੇ ਇਹ, ਪਦਮ ਸ਼੍ਰੀ ਅਵਾਰਡੀ ਇਨ 2020 ਦੇ ਵਿੱਚ ਪਦਮ ਸ਼੍ਰੀ ਅਵਾਰਡ ਨਾਲ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ, ਪ੍ਰੋਫੈਸਰ ਥਲਾਪਿਲ ਪ੍ਰਦੀਪ ਨੂੰ। ਠੀਕ ਹੈ, ਤਾਂ ਬਿਨ ਫਿਊਚਰ ਸਪੈਸ਼ਲ ਪ੍ਰਾਈਜ਼ 2022 ਪ੍ਰੋਫੈਸਰ ਥਲਾਪਿਲ ਪ੍ਰਦੀਪ ਕਿੱਥੇ ਹੋਈ ਸੀ, ਇਹ ਹਨੋਈ ਵੀਅਤਨਾਮ ਦੇ ਵਿੱਚ ਬਿਨ ਫਿਊਚਰ ਫਾਊਂਡੇਸ਼ਨ ਦੁਆਰਾ। ਆਹ ਥੋੜ੍ਹਾ ਯਾਦ ਕਰ ਲਿਓ ਵੀ 3 ਕੈਟਾਗਰੀ ਦੇ ਵਿੱਚ ਦਿੱਤੇ ਜਾਂਦੇ ਨੇ। ਪਹਿਲਾ ਫੀਮੇਲ ਇਨੋਵੇਟਰਸ, ਜੇ ਕੋਈ ਫੀਮੇਲ ਇਨੋਵੇਸ਼ਨ 'ਚ ਕੋਈ ਵਧੀਆ ਕੰਮ ਕਰ ਰਹੀਆਂ ਨੇ। ਦੂਜਾ ਇਨੋਵੇਟਰਸ ਫਰੋਮ ਡਿਵੈਲਪਿੰਗ ਕੰਟਰੀਜ਼, ਤਾਂ ਜਿਹੜੇ ਆਪਣੇ ਥਲੈਪਿਲ ਪ੍ਰਦੀਪ ਜੀ ਨੇ ਇਹਨਾਂ ਨੂੰ ਇਸੇ ਕੈਟਾਗਰੀ 'ਚ ਮਿਲਿਆ ਸੀ, ਇਨੋਵੇਟਰਸ ਫਰੋਮ ਡਿਵੈਲਪਿੰਗ ਕੰਟਰੀਜ਼। ਤੀਜਾ ਇਨੋਵੇਟਰਸ ਵਿਦ ਆਊਟਸਟੈਂਡਿੰਗ ਅਚੀਵਮੈਂਟ। ਠੀਕ ਹੈ, ਤਾਂ ਕਾਫੀ ਇੰਪੋਰਟੈਂਟ ਨਿਊਜ਼ ਹੈ। ਬਿਨ ਫਿਊਚਰ ਪ੍ਰਾਈਜ਼ ਸਿੱਧਾ ਨਾਮ ਤੁਹਾਡੇ ਦਿਮਾਗ 'ਚ ਆ ਜਾਏ, ਪ੍ਰੋਫੈਸਰ ਥਲੈਪਿਲ ਪ੍ਰਦੀਪ। ਠੀਕ ਹੈ, ਨੋਟ ਕਰੋ, ਫਿਰ ਆਪਾਂ ਅੱਗੇ ਚੱਲਦੇ ਹਾਂ। ਤਾਂ ਆਪਾਂ ਨੇ ਪੜ੍ਹਿਆ ਸੀਗਾ ਵੀ ਉਡਾਈ ਨੂੰ ਇੱਕ ਅਵਾਰਡ ਮਿਲਿਆ ਸੀਗਾ, ਗ੍ਰੀਨ ਬਿਲਡਿੰਗ ਅਵਾਰਡ। ਤਾਂ ਇੱਕ ਹੋਰ ਲਿਖੋ, ਤਾਂ DSCI, ਠੀਕ ਹੈ, ਐਕਸਲੈਂਸ ਅਵਾਰਡ, ਠੀਕ ਹੈ। ਇਹ ਵੀ ਕਿਹਨੂੰ ਮਿਲਿਆ ਹੈ, ਯਾਦ ਰੱਖਿਓ UIDAI ਨੂੰ। ਠੀਕ ਹੈ, ਗ੍ਰੀਨ ਬਿਲਡਿੰਗ ਅਵਾਰਡ ਵੀ ਇਹਨਾਂ ਨੂੰ ਮਿਲਿਆ ਅਤੇ DSCI ਐਕਸਲੈਂਸ ਅਵਾਰਡ ਵੀ ਇਹਨਾਂ ਨੂੰ ਮਿਲਿਆ। DSCI ਕੀ ਹੈ, ਡਾਟਾ ਸਿਕਿਉਰਿਟੀ ਕਾਊਂਸਲ ਆਫ ਇੰਡੀਆ, ਡਾਟਾ ਸਿਕਿਉਰਿਟੀ ਕਾਊਂਸਲ ਆਫ ਇੰਡੀਆ ਐਕਸਲੈਂਸ ਅਵਾਰਡ 2022 ਦਾ। ਠੀਕ ਹੈ, ਉਡਾਈ ਨੂੰ ਮਿਲਿਆ ਕਾਹਦੇ ਵਾਸਤੇ, ਫॉर ਬੈਸਟ ਸਿਕਿਉਰਿਟੀ ਪ੍ਰੈਕਟਿਸ ਇਨ ਗੌਰਮੈਂਟ ਸੈਕਟਰਸ। ਠੀਕ ਹੈ, ਫॉर best security
practices in government sector, in government sector। ठीक है, तो सीधी वन लाइनर जी न्यूज़ है। तो आपको याद हो भी उडाई ने 2 अवार्ड जिते ने, एक तो अपने को ग्रीन बिल्डिंग अवार्ड इन्हों की हैडकुआटर की बिल्डिंग ने जितया, तो दूजा DSCI एक्सलेंस अवार्ड डाटा सिक्योरिटी काउंसल ऑफ इंडिया द्वारा भी बेस्ट सिक्योरिटी प्रैक्टिस इन गौरमेंट सैक्टर। ठीक है, चलो अगला अवार्ड आप एक होर पढ़ते हैं, वो भी अवार्ड ही है, बड़ा इंपॉर्टेंट है, रविंद्रनाथ टैगोर लिटरेसी प्राइज़। रविंद्रनाथ टैगोर लिटरेसी प्राइज़, लिटरेसी प्राइज़ 2021-22 का। रविंद्रनाथ टैगोर लिटरेसी प्राइज़ 2021 का ये जॉइंटली 2 जने ने जितया। ठीक है, तो जॉइंटली इंपॉर्टेंट है ये वर्ड काफ़ी ज़्यादा। जॉइंटली किने जितया, एक तो अपने को सुदीप सैन एंड तो एक अपने जितया है अवार्ड शोभाना कुमार। ठीक है, तो इन्होंने दोनों ने जॉइंटली जोड़ा है अवार्ड है जितया रविंद्रनाथ टैगोर लिटरेसी प्राइज़। ठीक है, तो जोड़ा सुदीप सैन है इन्होंने इन्हों के काहदे वास्ते किहड़े वर्क वास्ते मिले, तो तुसीं लिख लो एंथ्रोपोसीन क्लाइमेट चेंज, उस तो बाद कंटैजियन कॉन्सोलेशन तो इन्हों कदे वास्ते मिले है आ स्काई फुल ऑफ बकेट लिस्ट्स, आ स्काई फुल ऑफ बकेट लिस्ट। ठीक है, तो आप रिपीट करते हैं, रविंद्रनाथ टैगोर लिटरेसी प्राइज़ 2021-22 का जॉइंटली मिले सुदीप सैन ते शोभाना कुमार। ठीक है, तो इन्हू किसी ना किसी लोट तुसीं रिलेट कर लियो। ठीक है, कोई भी शुभदीप किसी को, ठीक है, तो एवें आप भी जिवें लिटरेसी प्राइज़ है ना, तो आप सिद्धू मूसेवाले तो उन्होंने नाम से शुभदीप, बहुत सोहना लिखते सी ना, लिटरेसी प्राइज़ एक तरह का। रविंद्रनाथ टैगोर लिटरेसी प्राइज़ सुदीप सैन तो उन्होंने पूरी शोभा सी, शुभदीप की शोभा सी, तो उत्थों आप याद कर सकते हैं भी रविंद्रनाथ लिटरेसी प्राइज़ शुभदीप सैन नूं ते शोभाना कुमार नूं। ठीक है, जॉइंटली इन्होंने जोड़ा यह अवार्ड मिलेगा। ठीक है, तो जोड़ा यह अवार्ड है ये किहदे द्वारा दिता जाता है। ठीक है, तो यह भी लिख लो, अवार्ड इनिशिएटेड बाय PETER पीटर ब्यूंडेलो ऑफ US यूनाइटेड स्टेट्स। ठीक है, तो एक NGO है, तो इन्होंने जोड़ा ऑनर रविंद्रनाथ टैगोर दे नूं ऑनर करने वास्ते इन्होंने यह अवार्ड नूं शुरुआत की सी, पीटर ब्यूंडेलो। ठीक है, DALO पीटर ब्यूंडेलो ऑफ US। ठीक है, तो इन्हों के द्वारा यह अवार्ड दिता जाता है। ठीक है, तो रविंद्रनाथ टैगोर शुभदीप सैन ते शोभाना कुमार। ठीक है, अगला जोड़ा अपने अवार्ड याद करना है एकलव्य पुरस्कार। ठीक है, तो सीधियां वन लाइनर ने भी एकलव्य पुरस्कार किहदे द्वारा जिता गया, तो यह है गया सवास्ती सिंह कौन ने, ये साइकलिस्ट ने, इंटरनेशनल साइकलिस्ट। ठीक है, तो किहड़ी स्टेट तो ने, फ्रॉम उड़ीसा। तो सीधा क्वेश्चन डायरैक्ट वन लाइनर यही बनूगा भी अपने कोले एकलव्य पुरस्कार किन्हां द्वारा जिता गया, तो सवास्ती सिंह, एकलव्य पुरस्कार सवास्ती सिंह। तो इन्हों ने मतलब 2 गोल्ड तो बहुत सारे सिल्वर नैशनल लैवल पर जिते ने उड़ीसा को रिप्रजेंट करते हुए। ठीक है, तो एकलव्य पुरस्कार किहदे द्वारा दिता जाता है, हुण ये भी आपां नूं पता होवे, तो इंस्टीट्यूटेड बाय इम्पैक्ट IMPACT। ठीक है, इंडियन मेटल्स पब्लिक चैरिटेबल ट्रस्ट,
ਪਬਲਿਕ ਚੈਰੀਟੇਬਲ ਟਰਸਟ। ਠੀਕ ਹੈ, ਇਹਨਾਂ ਦੁਆਰਾ ਜਿਹੜਾ ਇਹ ਵਰਡ ਇਨੀਸ਼ੀਏਟ ਕੀਤਾ ਗਿਆ ਸੀਗਾ 1993 ਤੋਂ ਜਿਹੜਾ ਇਹ ਵਰਡ ਚੱਲਦਾ ਆ ਰਿਹਾ। ਠੀਕ ਹੈ, 1993। ਤਾਂ ਥੋੜ੍ਹਾ ਜਿਹਾ ਬਸ ਆਪਾਂ ਨੇ ਹੁਣ ਇੰਨਾ ਕੁ ਯਾਦ ਰੱਖਣਾ। ਏਕਲਵਿਆ ਪੁਰਸਕਾਰ ਸਵਾਸਤੀ ਸਿੰਘ, ਏਕਲਵਿਆ ਪੁਰਸਕਾਰ ਸਵਾਸਤੀ ਸਿੰਘ ਅਤੇ ਇੰਪੈਕਟ ਦੁਆਰਾ ਇਹ ਦਿੱਤਾ ਜਾਂਦਾ ਇੰਡੀਅਨ ਮੈਟਲ ਪਬਲਿਕ ਚੈਰੀਟੇਬਲ ਟਰਸਟ। 1993 ਤੋਂ ਜਿਹੜਾ ਇਹ ਵਰਡ ਹੈ ਉਹ ਆਪਣੇ ਕੋਲ ਦਿੱਤਾ ਜਾਂਦਾ ਹੈਗਾ। ਠੀਕ ਹੈ, ਚਲੋ ਅਗਲੀ ਜਿਹੜੀ ਨਿਊਜ਼ ਹੈ ਆਪਣੇ ਕੋਲ ਤਾਂ ਇੰਪੋਰਟੈਂਟ ਡੇ ਹੈ ਨੈਸ਼ਨਲ ਕੰਜ਼ਿਊਮਰਸ ਡੇ। ਤਾਂ ਜਿਹੜੇ ਆਪਾਂ ਡੇ ਲਿਖਦੇ ਹਾਂ ਉਹ ਜ਼ਰੂਰ ਯਾਦ ਕਰ ਲਿਆ ਕਰੋ। ਠੀਕ ਹੈ, ਨੈਸ਼ਨਲ ਕੰਜ਼ਿਊਮਰਸ ਡੇ। ਤਾਂ ਇਹ 24 ਦਸੰਬਰ ਨੂੰ ਨੈਸ਼ਨਲ ਕੰਜ਼ਿਊਮਰਸ ਡੇ ਕਦੋਂ ਮਨਾਇਆ ਜਾਂਦਾ? 24 ਦਸੰਬਰ ਨੂੰ, ਜਿਹਨੂੰ ਭਾਰਤੀ ਗ੍ਰਾਹਕ ਦਿਵਸ ਵੀ ਆਪਾਂ ਕਹਿ ਸਕਦੇ ਹੈਗੇ। ਠੀਕ ਹੈ, ਭਾਰਤੀ ਗ੍ਰਾਹਕ ਦਿਵਸ, ਭਾਰਤੀ ਗ੍ਰਾਹਕ ਦਿਵਸ। ਠੀਕ ਹੈ, ਇਹਨੂੰ ਨੈਸ਼ਨਲ ਕੰਜ਼ਿਊਮਰ ਰਾਈਟਸ ਡੇ ਵੀ ਕਹਿੰਦੇ ਨੇ, ਨੈਸ਼ਨਲ ਕੰਜ਼ਿਊਮਰਸ ਡੇ ਵੀ ਕਹਿੰਦੇ ਨੇ। ਤਾਂ ਯਾਦ ਰੱਖਿਓ ਨੈਸ਼ਨਲ ਕੰਜ਼ਿਊਮਰ ਰਾਈਟਸ ਡੇ ਵੀ ਇਹੀ ਹੈ, ਨੈਸ਼ਨਲ ਕੰਜ਼ਿਊਮਰ ਰਾਈਟਸ ਡੇ। ਠੀਕ ਹੈ, ਨੈਸ਼ਨਲ ਕੰਜ਼ਿਊਮਰ ਰਾਈਟਸ ਡੇ। ਤਾਂ ਇਹ ਵੀ ਆਪਣੇ ਕੋਲ 24 ਦਸੰਬਰ ਨੂੰ। ਠੀਕ ਹੈ, ਤਾਂ ਸਿੱਧੀ ਵਨ ਲਾਈਨਰ ਨਿਊਜ਼ ਹੈ, ਇੰਪੋਰਟੈਂਟ ਡੇ ਹੈ। ਤਾਂ ਆਪਾਂ ਨੇ ਲਿਖਿਆ ਤਾਂ ਕੰਜ਼ਿਊਮਰ ਰਾਈਟਸ ਡੇ ਕਦੋਂ ਮਨਾਇਆ ਜਾਂਦਾ? ਆਪਣੇ ਕੋਲ 24 ਦਸੰਬਰ ਨੂੰ। ਠੀਕ ਹੈ, ਚਲੋ ਉਸ ਤੋਂ ਬਾਅਦ ਇੱਕ ਆਪਣੇ ਕੋਲ ਮਿਜ਼ਾਈਲ ਹੈ ਪ੍ਰੇਲੇ। ਉਹ ਪੁੱਛੂਗਾ ਪ੍ਰੇਲੇ ਕੀ ਹੈ? PRALAY। ਠੀਕ ਹੈ, ਪ੍ਰੇਲੇ ਕੀ ਹੈ? ਤਾਂ ਇੰਡੀਅਨ ਜਿਹੜੀ ਆਪਣੀ ਮਿਨਿਸਟਰੀ ਆਫ ਡਿਫੈਂਸ ਹੈ, ਇਹਨਾਂ ਨੇ 120 ਪ੍ਰੋਕਲੇ ਜਿਹੜੀ ਮਿਜ਼ਾਈਲਸ ਨੇ ਉਹਨਾਂ ਨੂੰ ਪ੍ਰੋਕਿਉਰਮੈਂਟ ਕੀਤਾ। ਤਾਂ ਇਹ ਇੱਕ ਬਲਿਸਟਿਕ ਮਿਜ਼ਾਈਲ ਹੈ। ਠੀਕ ਹੈ, ਯਾਦ ਰੱਖਿਓ ਕੀ ਹੈ ਇਹ? ਇੱਕ ਤਰ੍ਹਾਂ ਦੀ ਆਪਣੇ ਕੋਲ ਬਲਿਸਟਿਕ ਮਿਜ਼ਾਈਲ ਮੈਂ ਤੁਹਾਨੂੰ ਪਹਿਲਾਂ ਬਹੁਤ ਵਾਰੀ ਦੱਸਿਆ, ਜਿਹੜੀ ਆਪਣੇ ਕੋਲ ਐਵੇਂ ਜਾਂਦੀ ਹੈ ਅਤੇ ਆਹ ਪਾਥ ਫੋਲੋ ਕਰਦੀ ਹੈ। ਠੀਕ ਹੈ, ਮਤਲਬ ਇੱਕ ਤਰ੍ਹਾਂ ਦਾ ਪੈਰਾਬੋਲਾ ਪਾਥ ਫੋਲੋ ਕਰਦੀ ਹੈ, ਉਹਨੂੰ ਆਪਾਂ ਬਲਿਸਟਿਕ ਮਿਜ਼ਾਈਲ ਬੋਲਦੇ ਹੈਗੇ। ਠੀਕ ਹੈ, ਤਾਂ ਪ੍ਰੇਲੇ ਇੱਕ ਬਲਿਸਟਿਕ ਮਿਜ਼ਾਈਲ ਹੈ। ਠੀਕ ਹੈ, ਤਾਂ ਇਹ ਸਰਫੇਸ ਟੂ ਸਰਫੇਸ ਮਿਜ਼ਾਈਲ ਹੈ, ਸਰਫੇਸ ਟੂ ਸਰਫੇਸ ਮਿਜ਼ਾਈਲ ਹੈ ਅਤੇ ਇਹ ਸ਼ਾਰਟ ਰੇਂਜ ਹੈ। ਠੀਕ ਹੈ, ਜਿਹੜੀ ਪ੍ਰੇਲੇ ਮਿਜ਼ਾਈਲ ਹੈ ਇਹ ਸ਼ਾਰਟ ਰੇਂਜ ਮਿਜ਼ਾਈਲ ਹੈ। ਤਾਂ ਲਿਖੋ ਸ਼ਾਰਟ ਰੇਂਜ ਮਿਜ਼ਾਈਲ। ਅਤੇ ਕਿਹਦੇ ਦੁਆਰਾ ਬਣਾਈ ਗਈ ਹੈ? ਤਾਂ ਬਾਏ DRDO ਦੁਆਰਾ ਜਿਹੜੀ ਇਹ ਮਿਜ਼ਾਈਲ ਆ ਉਹ ਬਣਾਈ ਗਈ ਹੈ। ਠੀਕ ਹੈ, ਪ੍ਰੇਲੇ ਬਲਿਸਟਿਕ ਮਿਜ਼ਾਈਲ। ਠੀਕ ਹੈ, ਤਾਂ ਇਹ ਨਿਊਜ਼ 'ਚ ਕਾਹਤੋਂ ਸੀ? ਕਿਉਂਕਿ ਇੰਡੀਆ ਨੇ ਮਤਲਬ 102 ਜਿਹੜੀਆਂ ਪ੍ਰੇਲੇ ਮਿਜ਼ਾਈਲਸ ਨੇ ਮਿਨਿਸਟਰੀ ਆਫ ਡਿਫੈਂਸ ਨੇ ਉਹਨਾਂ ਨੂੰ ਪ੍ਰੋਕਿਓਰ ਕਰਨਾ ਹੈਗਾ ਇੰਡੀਅਨ ਆਰਮੀ ਵਾਸਤੇ। ਠੀਕ ਹੈ, ਤਾਂ ਉਰੇ ਤੁਸੀਂ ਲਿਖ ਲਓ ਪ੍ਰੋਕਿਓਰਮੈਂਟ ਆਫ 120 ਪ੍ਰੇਲੇ ਬਲਿਸਟਿਕ ਮਿਜ਼ਾਈਲਸ। ਠੀਕ ਹੈ, ਤਾਂ ਸਿੱਧਾ ਤੁਹਾਨੂੰ ਇਹ ਪੁੱਛੂਗਾ ਵੀ ਪ੍ਰੇਲੇ ਨਿਊਜ਼ ਦੇ ਵਿੱਚ ਸੀ ਪ੍ਰੇਲੇ ਕੀ ਹੈ? ਤਾਂ ਯਾਦ ਰੱਖਿਓ ਇੱਕ ਤਰ੍ਹਾਂ ਦੀ ਬਲਿਸਟਿਕ ਮਿਜ਼ਾਈਲ ਹੈ, ਸਰਫੇਸ ਟੂ ਸਰਫੇਸ ਇਹ ਮਿਜ਼ਾਈਲ। ਸ਼ਾਰਟ ਰੇਂਜ ਹੈ ਇਹ, ਮਤਲਬ ਇਹਦੀ ਜਿਹੜੀ ਰੇਂਜ ਹੈ 150 ਤੋਂ ਲੈ ਕੇ 500 ਕਿਲੋਮੀਟਰ ਤੱਕ ਦੀ ਹੀ ਇਹਦੀ ਰੇਂਜ ਹੈ। ਠੀਕ ਹੈ, DRDO ਦੁਆਰਾ ਇਹ ਬਣਾਈ ਗਈ ਹੈ। ਠੀਕ ਹੈ, ਅਤੇ ਜਿਹੜੀ ਆਪਣੇ ਕੋਲ ਮਿਨਿਸਟਰੀ ਆਫ ਡਿਫੈਂਸ ਹੈ ਉਹਨੇ 102 ਪ੍ਰੇਲੇ ਜਿਹੜੀ ਮਿਜ਼ਾਈਲਸ ਨੇ ਉਹਨਾਂ ਨੂੰ ਪ੍ਰੋਕਿਓਰ ਕਰਨਾ ਹੈ ਇੰਡੀਅਨ ਆਰਮੀ ਵਾਸਤੇ। ਠੀਕ ਹੈ, ਤਾਂ ਪ੍ਰੇਲੇ ਯਾਦ ਰੱਖਿਓ ਇੱਕ ਮਿਜ਼ਾਈਲ ਹੈ ਆਪਣੀ, ਹੋਰ ਕੁਛ ਨਹੀਂ। ਠੀਕ ਹੈ, ਚਲੋ ਨੋਟ ਕਰੋ, ਫਿਰ ਆਪਾਂ ਅੱਗੇ ਚੱਲਦੇ ਹਾਂ। ਤਾਂ ਇਹਦੀ ਸਪੀਡ ਵੀ ਲਿਖ ਲਓ। ਠੀਕ ਹੈ, ਕਈ ਵਾਰ ਸਪੀਡ ਪੁੱਛ ਲਏ। ਤਾਂ ਇਹਦੀ ਸਪੀਡ ਹੈਗੀ ਹੈ 2000 ਕਿਲੋਮੀਟਰ ਪ੍ਰਤੀ ਆਵਰ। ਪ੍ਰੇਲੇ ਮਿਜ਼ਾਈਲ ਦੀ ਜਿਹੜੀ ਸਪੀਡ ਹੈ ਉਹ ਹੈਗੀ ਹੈ 2000 ਕਿਲੋਮੀਟਰ ਪ੍ਰਤੀ ਆਵਰ। ਠੀਕ ਹੈ, ਤਾਂ ਪ੍ਰੇਲੇ ਬਲਿਸਟਿਕ ਮਿਜ਼ਾਈਲ। ਤਾਂ ਆਪਣੇ ਕੋਲ ਅਗਲੀ ਸਿੱਧੀ ਵਨ ਲਾਈਨ ਨਿਊਜ਼ ਆਪਾਂ ਨੇ ਯਾਦ ਰੱਖਣੀ ਹੈ। ਜੇ ਆਪਾਂ ਨੂੰ ਕੋਈ ਪੁੱਛ ਲੇ ਵੀ ਗ੍ਰੇਟ ਪਲੇਸ ਟੂ ਵਰਕ ਫॉर 2023, ਗ੍ਰੇਟ ਪਲੇਸ ਟੂ ਵਰਕ ਫॉर 2023। ਠੀਕ ਹੈ, ਤਾਂ ਇਹ ਸਰਟੀਫਾਈਡ ਕਿਹਨੂੰ ਕੀਤਾ ਗਿਆ? ਠੀਕ ਹੈ, ਸਰਟੀਫਾਈਡ ਟਾਟਾ ਸਟੀਲ ਨੂੰ। ਠੀਕ ਹੈ, ਟਾਟਾ ਸਟੀਲ ਨੂੰ। ਤਾਂ 6th ਕੰਜ਼ੈਕਟਿਵ ਈਅਰ ਹੈ, ਲਗਾਤਾਰ 6ਵਾਂ ਸਾਲ ਹੈ। ਠੀਕ ਹੈ, ਤਾਂ 6th ਕੰਜ਼ੈਕਟਿਵ ਈਅਰ, ਲਗਾਤਾਰ 6ਵਾਂ ਸਾਲ ਹੈ ਵੀ ਜਿਹੜਾ ਇਹ ਸਰਟੀਫਿਕੇਟ ਹੈ ਜਾਂ ਜਿਹੜਾ ਇਹ ਅਵਾਰਡ ਹੈ ਉਹ ਇੱਕ ਤਰ੍ਹਾਂ ਦਾ ਆਪਣੇ ਕੋਲ ਕਿਹਨੂੰ ਦਿੱਤਾ ਜਾਂਦਾ ਹੈਗਾ?
टाटा स्टील ਨੂੰ, ठीक है। तो ग्रेट प्लेस फॉर वर्क 2023 ਨੂੰ, ठीक है। उधर तक नोट करो, फिर आप आगे चलते हैं। ਤਾਂ ਅਗਲੀ ਜਿਹੜੀ ਨਿਊਜ਼ ਹੈ ਉਹ ਆਪਣੇ ਕੋਲ ਹੈਗੀ ਹੈ ਨੇਪਾਲ ਦੇ PM ਦੁਆਰਾ। ਤਾਂ ਜਿਹੜੇ ਆਪਣੇ ਗਵਾਂਢੀ ਦੇਸ਼ ਹੁੰਦੇ ਨੇ ਉਹਨਾਂ ਦਾ ਜੇ ਕੋਈ ਨਵਾਂ PM ਪ੍ਰੈਜ਼ੀਡੈਂਟ ਲੱਗਦਾ ਉਹਦੇ ਬਾਰੇ ਆਪਾਂ ਨੂੰ ਪੜ੍ਹ ਲੈਣਾ ਚਾਹੀਦਾ ਹੈ। ਤਾਂ ਨਿਊ PM ਆਫ ਨੇਪਾਲ, ਨਿਊ PM ਆਫ ਨੇਪਾਲ, ठीक है। ਤਾਂ ਪੁਸ਼ਪਾ ਕਮਲ ਦਿਹਾਲ। ਤਾਂ ਇਹਨੂੰ ਆਪਾਂ ਰਿਲੇਟ ਜਿਵੇਂ ਸੌਖਾ ਹੈ, ਦੇਖੋ ਵੀ ਜਿਵੇਂ ਆਪਾਂ ਪੁਸ਼ਪਾ ਵੱਲੋਂ ਦੇਖੋਗੇ ਹੈ ਨਾ ਵੀ ਉਹ ਕਾਫੀ ਤਗੜਾ ਜਿਹਾ ਹੁੰਦਾ, ਉਹ ਬਾਕੀਆਂ ਨੂੰ ਕਹਿੰਦਾ ਹੁੰਦਾ ਵੀ ਮੈਂ ਇੱਕ ਆਮ ਜਿਹਾ ਬੰਦਾ ਵੀ ਤੂੰ ਇਹ ਵਹਿਮ ਨਾ ਪਾਲ, ਪੁਸ਼ਪਾ ਕਹਿੰਦਾ ਸੀ, ਠੀਕ ਹੈ। ਪੁਸ਼ਪਾ ਕੀ ਕਹਿੰਦਾ ਵੀ ਤੂੰ ਵਹਿਮ ਨਾ ਪਾਲ, ਮੈਂ ਭੁਲੇਖੇ ਕੱਟ ਦੂੰਗਾ, ਠੀਕ ਹੈ। ਤਾਂ PM ਆਫ ਨੇਪਾਲ ਕੌਣ ਹੈ ਆਪਣੇ ਕੋਲੇ? ਪੁਸ਼ਪਾ ਕਮਲ ਦਿਹਾਲ, ਠੀਕ ਹੈ, ਪੁਸ਼ਪਾ ਕਮਲ ਦਿਹਾਲ, ਠੀਕ ਹੈ। ਅਤੇ ਨੇਪਾਲ ਦੇ ਨਵੇਂ ਪ੍ਰੈਜ਼ੀਡੈਂਟ ਦਾ ਨਾਮ ਵੀ ਤੁਸੀਂ ਯਾਦ ਰੱਖਣਾ, ਨਿਊ ਪ੍ਰੈਜ਼ੀਡੈਂਟ ਆਫ ਨੇਪਾਲ, ਠੀਕ ਹੈ। ਤਾਂ ਇਹਨਾਂ ਦਾ ਨਾਮ ਹੈਗਾ ਆਪਣੇ ਕੋਲ ਰਾਮ ਚੰਦਰ ਪੌਡਲ, ਰਾਮ ਚੰਦਰਾ ਪੌਡਲ, ਠੀਕ ਹੈ, ਰਾਮ ਚੰਦਰਾ ਪੌਡਲ, ਠੀਕ ਹੈ। ਤਾਂ ਨਵਾਂ PM ਨੇਪਾਲ ਦਾ ਪੁਸ਼ਪਾ ਕਮਲ ਦਿਹਾਲ ਅਤੇ ਆਪਣੇ ਕੋਲ ਨਵਾਂ ਪ੍ਰੈਜ਼ੀਡੈਂਟ ਨੇਪਾਲ ਦਾ ਰਾਮ ਚੰਦਰ ਪੌਡਲ, ਠੀਕ ਹੈ। ਤਾਂ ਦੋਨੋਂ ਇੰਪੋਰਟੈਂਟ ਨੇ, ਤਾਂ ਇਹਨੂੰ ਜ਼ਰੂਰ ਤੁਸੀਂ ਯਾਦ ਰੱਖ ਲਓਗੇ, ਠੀਕ ਹੈ। ਚਲੋ ਅਗਲੀ ਇੱਕ ਆਪਣੇ ਕੋਲ ਬੁੱਕ ਹੈ। ਤਾਂ ਉਹ ਬੁੱਕ ਕਿਹਦੇ ਦੁਆਰਾ ਲਿਖੀ ਗਈ ਹੈ? ਤਾਂ ਜਿਹੜੀਆਂ ਇੰਪੋਰਟੈਂਟ ਬੁੱਕਸ ਨੇ ਸਿਰਫ ਅਸੀਂ ਉਹੀ ਕਵਰ ਕੀਤੀਆਂ ਨੇ। ਤਾਂ ਆਪਣੇ ਕੋਲ ਇੱਕ ਬੁੱਕ ਹੈ ਫੌਕਸ ਇਨ ਦਾ ਰੋਡ, ਫੌਕਸ ਇਨ ਦਾ ਰੋਡ। ਕਈ ਵਾਰ ਤੁਹਾਨੂੰ ਆਪਸ਼ਨ ਵੀ ਕੋਈ ਪੇਪਰ 'ਚ ਇਕੱਲਾ ਇੰਨੀ ਕੀ ਬੁੱਕ ਲਿਖੂਗਾ, ਕਈ ਵਾਰ ਅੱਗੇ ਵੀ ਲਿਖ ਸਕਦਾ। ਤਾਂ ਜੇ ਅੱਗੇ ਲਿਖਤੀ ਫਿਰ ਤਾਂ ਆਪਣੇ ਕੋਲ ਹਿੰਟ ਹੋ ਗਿਆ ਹੈ ਨਾ, ਮਾਈ ਡੇਸ ਐਟ RBI ਐਂਡ ਬਿਯੋਂਡ, ਮਾਈ ਡੇਸ ਐਟ RBI ਐਂਡ ਬਿਯੋਂਡ। ਇਹਦਾ ਮਤਲਬ ਵੀ ਉਹ ਜਿਹੜਾ ਬੰਦਾ ਉਹ RBI ਦੇ ਨਾਲ ਰਿਲੇਟਡ ਹੈ, RBI ਦਾ ਗਵਰਨਰ ਰਿਹਾ ਹੋਊਗਾ ਜਿਹਦੇ ਦੁਆਰਾ ਇਹ ਬੁੱਕ ਲਿਖੀ ਗਈ ਹੈ। ਪਰ ਉਹ ਕਈ ਵਾਰ ਪੇਪਰ 'ਚ ਇੰਨਾ ਕੀ ਲਿਖੂਗਾ, ਠੀਕ ਹੈ, ਫੌਕਸ ਇਨ ਦਾ ਰੋਡ, ਠੀਕ ਹੈ। ਤਾਂ ਇਹ ਬੁੱਕ ਦਾ ਜਿਹੜਾ ਆਥਰ ਹੈ, ਬੁੱਕ ਕਿਹਦੇ ਦੁਆਰਾ ਲਿਖੀ ਗਈ ਹੈ? ਤਾਂ ਇਹਦੇ ਆਥਰ ਲਿਖੋ C ਰੰਗਾ ਰਾਜਨ, C ਰੰਗਾ ਰਾਜਨ। ਤਾਂ ਸਾਰਿਆਂ ਨੂੰ ਪਤਾ ਵੀ ਇਹ ਆਪਣੇ ਕੋਲੇ 19ਵੇਂ ਗਵਰਨਰ ਸੀ RBI ਦੇ, C ਰੰਗਾ ਰਾਜਨ। ਇਹ RBI ਦੇ ਗਵਰਨਰ ਰਹੇ ਹੋਏ ਨੇ, 19th ਗਵਰਨਰ ਆਫ RBI। RBI ਦਾ ਪ੍ਰੈਜ਼ੈਂਟ ਗਵਰਨਰ ਕੌਣ ਹੈ? ਉਮੀਦ ਕਰਦਾ ਸਾਰਿਆਂ ਨੂੰ ਪਤਾ ਹੋਊਗਾ। ਤਾਂ ਪ੍ਰੈਜ਼ੈਂਟ ਗਵਰਨਰ ਕੌਣ ਹੈ RBI ਦਾ? ਸ਼ਕਤੀ ਕਾਂਤਾ ਦਾਸ, ਠੀਕ ਹੈ, ਉਹ ਸਾਰਿਆਂ ਨੂੰ ਪਤਾ ਹੋਊਗਾ, ਇਹਨੂੰ ਲਿਖ ਲਿਓ। ਤਾਂ ਆਪਣੇ ਕੋਲ ਇੰਪੋਰਟੈਂਟ ਸੀਗਾ ਇਹ ਜਿਹੜੀ ਬੁੱਕ ਹੈ ਫੌਕਸ ਇਨ ਦਾ ਰੋਡ, ਮਾਈ ਡੇਸ ਐਟ RBI ਐਂਡ ਬਿਯੋਂਡ, ਕਿਹਦੇ ਦੁਆਰਾ ਲਿਖੀ ਗਈ? C ਰੰਗਾ ਰਾਜਨ ਦੁਆਰਾ, ਠੀਕ ਹੈ। ਅਗਲਾ ਗੁੱਡ ਗਵਰਨੈਂਸ ਡੇ, ਵੈਰੀ ਇੰਪੋਰਟੈਂਟ, ਇਹਨੂੰ ਬਹੁਤ ਇੰਪੋਰਟੈਂਟ ਡਿਕਲੇਅਰ ਕਰ ਲਿਓ, ਠੀਕ ਹੈ। ਨੈਸ਼ਨਲ ਗੁੱਡ ਗਵਰਨੈਂਸ ਡੇ, ਨੈਸ਼ਨਲ ਗੁੱਡ ਗਵਰਨੈਂਸ ਡੇ, ਨੈਸ਼ਨਲ ਗੁੱਡ ਗਵਰਨੈਂਸ ਡੇ 2022, ਨੈਸ਼ਨਲ ਗੁੱਡ ਗਵਰਨੈਂਸ ਡੇ 2022 25 ਦਸੰਬਰ ਨੂੰ ਮਨਾਇਆ ਜਾਂਦਾ, ਠੀਕ ਹੈ। 25 ਦਸੰਬਰ ਨੂੰ ਕੀ ਸੀ 25 ਦਸੰਬਰ ਨੂੰ ਇਹ ਜਿਹਾ? ਤਾਂ ਠੀਕ ਹੈ, ਆਪਣੇ ਕੋਲ ਬਰਥ ਐਨੀਵਰਸਰੀ ਫਾਰਮਰ ਪ੍ਰਾਈਮ ਮਿਨਿਸਟਰ ਆਫ ਇੰਡੀਆ ਅਟਲ ਬਿਹਾਰੀ ਵਾਜਪਾਈ ਜੀ, ਠੀਕ ਹੈ। ਤਾਂ ਜਿਹੜਾ ਆਪਣੇ ਕੋਲ ਗੁੱਡ ਗਵਰਨੈਂਸ ਡੇ ਹੈ ਇਹ ਕਿਹਦੀ ਬਰਥ ਐਨੀਵਰਸਰੀ ਦੇ ਉੱਪਰ ਮਨਾਇਆ ਜਾਂਦਾ ਹੈ? ਔਨ ਬਰਥ ਐਨੀਵਰਸਰੀ ਆਫ ਅਟਲ ਬਿਹਾਰੀ ਵਾਜਪਾਈ ਜੀ, ਅਟਲ ਬਿਹਾਰੀ ਵਾਜਪਾਈ ਜੀ, ਠੀਕ ਹੈ। ਤਾਂ ਇਹਨਾਂ ਦੇ ਜਨਮ ਦਿਨ ਦੇ ਉੱਪਰ ਗੁੱਡ ਗਵਰਨੈਂਸ ਡੇ ਮਨਾਇਆ ਜਾਂਦਾ ਹੈ। ਤਾਂ ਇਹਨੂੰ ਯਾਦ ਰੱਖਿਓ, ਸੁਸ਼ਾਸਨ ਦਿਵਸ ਵੀ ਕਹਿੰਦੇ ਨੇ, ਸੁਸ਼ਾਸਨ ਦਿਵਸ, SUSHASAN, ਸੁਸ਼ਾਸਨ ਦਿਵਸ, ਜਾਂ ਫਿਰ ਆਪਾਂ ਕਹਿ ਲਈਏ ਗੁੱਡ ਗਵਰਨੈਂਸ ਡੇ 25 ਦਸੰਬਰ ਨੂੰ ਮਨਾਇਆ ਜਾਂਦਾ ਇਹ, ਠੀਕ ਹੈ। ਬਰਥ ਐਨੀਵਰਸਰੀ ਆਫ ਅਟਲ ਬਿਹਾਰੀ ਵਾਜਪਾਈ ਜੀ ਦੇ ਬਰਥ ਐਨੀਵਰਸਰੀ ਉੱਪਰ। ਤਾਂ ਇੱਕ ਆਪਣੇ ਕੋਲ ਹੋਰ ਡੇ ਹੈ, ਇਹ ਵੀ ਇੰਪੋਰਟੈਂਟ ਹੈ ਕਿਉਂਕਿ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਮਤਲਬ ਸਰਕਾਰ ਨੇ ਹੁਣੀ ਜੇ ਪਿੱਛੇ ਸਟਾਰਟ ਕੀਤਾ ਸੀ ਵੀਰਬਾਲ ਦਿਵਸ, ਵੀਰਬਾਲ ਦਿਵਸ ਆਪਣੇ ਮਤਲਬ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ 4 ਸਾਹਿਬਜ਼ਾਦੇ ਨੇ ਉਹਨਾਂ ਦੀ ਜਿਹੜੀ ਸ਼ਹਾਦਤ ਨੂੰ, ਸ਼ਹੀਦੀ ਨੂੰ ਯਾਦ ਕਰਨ ਵਾਸਤੇ ਵੀਰਬਾਲ ਦਿਵਸ ਮਨਾਇਆ ਜਾਂਦਾ ਹੈ 26 ਦਸੰਬਰ ਨੂੰ, ਠੀਕ ਹੈ। 26 ਦਸੰਬਰ ਨੂੰ, 25 ਦਸੰਬਰ ਗੁੱਡ ਗਵਰਨੈਂਸ ਡੇ ਅਤੇ 26 ਦਸੰਬਰ ਯਾਦ ਰੱਖਿਓ ਆਪਣੇ ਕੋਲ ਵੀਰਬਾਲ ਦਿਵਸ, ਠੀਕ ਹੈ। ਤਾਂ 26 ਦਸੰਬਰ 2022 ਨੂੰ ਫਸਟ ਓਬਜ਼ਰਵੈਂਸ ਸੀ, ਪਹਿਲੀ ਵਾਰੀ ਜਿਹੜਾ ਵੀਰਬਾਲ ਦਿਵਸ ਆ ਉਹ ਮਨਾਇਆ ਗਿਆ। ਫਸਟ ਓਬਜ਼ਰਵੈਂਸ
फस्ट ऑब्जर्वेंस ऑफ बीरबाल दिवस, बीरबाल दिवस, ठीक है, 26 ਦਸੰਬਰ 2022 तो 2022 ਦੇ ਵਿੱਚ ਜਿਹੜਾ ਵੀਰਵਾਲ ਦਿਵਸ ਮਨਾਇਆ ਗਿਆ ਸੀ ਉਹ ਫਸਟ ਆਬਜ਼ਰਵੈਂਸ ਇੱਕ ਤਰ੍ਹਾਂ ਦੀ ਵੀਰਵਾਲ ਦਿਵਸ ਦੀ, ਠੀਕ ਹੈ। ਤਾਂ ਉਹ ਮੈਂ ਲਿਖਿਆ ਨਹੀਂ ਵੀ ਸਾਰਿਆਂ ਨੂੰ ਪਤਾ ਹੀ ਹੋਊਗਾ ਵੀ ਵੀਰਵਾਲ ਦਿਵਸ ਆਪਣੇ 4 ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ, ਠੀਕ ਹੈ। ਤਾਂ ਗੁੱਡ ਗਵਰਨੈਂਸ ਡੇ 25 ਦਸੰਬਰ, ਵੀਰਵਾਲ ਦਿਵਸ 26 ਦਸੰਬਰ, ਠੀਕ ਹੈ। ਮੋਸਟ ਇੰਪੋਰਟੈਂਟ ਇਹਨਾਂ ਨੂੰ ਦੋਨਾਂ ਡੇਸ ਨੂੰ ਤੁਸੀਂ ਕੰਸੀਡਰ ਕਰਨਾ ਹੈਗਾ, ਠੀਕ ਹੈ। ਤਾਂ ਜਿਹੜੀ ਨੈਕਸਟ ਨਿਊਜ਼ ਹੈ ਉਹ ਹੈਗੀ ਆਪਣੇ ਕੋਲੇ ਵਰਲਡ ਇਕਨੋਮਿਕ ਲੀਗ ਟੇਬਲ, ਵਰਲਡ ਇਕਨੋਮਿਕ ਲੀਗ ਟੇਬਲ, ਠੀਕ ਹੈ। ਤਾਂ ਮਤਲਬ ਇਹ ਆਪਣੇ ਕੋਲੇ ਵਰਲਡ ਦੀ ਇਕਨੋਮਿਕਸ ਨੂੰ ਦੱਸਦਾ ਹੈ ਨਾ। ਤਾਂ ਇਹਦੇ ਵਿੱਚ ਜਿਹੜਾ ਇੰਡੀਆ ਦਾ ਰੈਂਕ ਹੈ 2022-23 ਦਾ ਉਹ ਹੈਗਾ 5ਵਾਂ, ਠੀਕ ਹੈ। ਤੈਨੂੰ ਆਪਾਂ WELT ਲਿਖ ਦਿਆ ਕਰਾਂਗੇ, WELT। ਤਾਂ ਯਾਦ ਰੱਖਿਓ ਇੰਡੀਆ 5th ਪੋਜੀਸ਼ਨ 'ਤੇ ਹੈ, 5th ਸਪੋਟ 'ਤੇ ਹੈ ਇਨ WELT 2022 ਐਂਡ WELT 2023। 2022 ਅਤੇ 23 ਦੇ ਵਿੱਚ ਆਪਾਂ 5ਵੇਂ ਸਪੋਟ 'ਤੇ ਹੈਗੇ। ਅਤੇ ਯਾਦ ਰੱਖਿਓ ਆਪਾਂ ਨੇ UK ਨੂੰ ਪਿੱਛੇ ਛੱਡਤਾ, ਠੀਕ ਹੈ, 5ਵੇਂ ਨੰਬਰ 'ਤੇ ਆਉਣ ਵਾਸਤੇ, ਠੀਕ ਹੈ। ਅਤੇ ਟੌਪ ਕਿਹਨੇ ਕੀਤਾ? ਤਾਂ ਆਪਣੇ ਕੋਲ USA ਹੈ ਜਿਹੜਾ ਉਹ ਫਸਟ ਸਪੋਟ 'ਤੇ ਹੈ, 2022 'ਚ ਵੀ ਅਤੇ 2023 'ਚ ਵੀ। ਤਾਂ ਨਾ ਆਪਣੇ ਕੋਲ ਇੱਕ UK ਦੀ ਇੱਕ CEBR ਦੁਆਰਾ ਇਹ ਦਿੱਤਾ ਜਾਂਦਾ ਹੈ। ਉਹਨਾਂ ਨੇ ਪ੍ਰੋਜੈਕਟ ਕੀਤਾ, ਕਹਿੰਦੇ 2037 ਤੱਕ ਇੰਡੀਆ 3 ਨੰਬਰ 'ਤੇ ਆ ਜਾਊਗਾ, ਠੀਕ ਹੈ। ਤਾਂ ਇਹ ਕੁਐਸਚਨ ਬਣ ਸਕਦਾ ਹੈਗਾ। ਤਾਂ UK ਬੇਸਡ CEBR ਸੈਂਟਰ ਫੋਰ ਇਕਨੋਮਿਕਸ ਐਂਡ ਬਿਜ਼ਨਸ ਰਿਸਰਚ, ਸੈਂਟਰ ਫੋਰ ਇਕਨੋਮਿਕਸ ਐਂਡ ਬਿਜ਼ਨਸ ਰਿਸਰਚ, ਪ੍ਰੋਜੈਕਟਡ, ਇਹਨਾਂ ਨੇ ਪ੍ਰੋਜੈਕਟ ਕੀਤਾ ਹੈ, ਠੀਕ ਹੈ। 3rd ਸਪੋਟ ਫॉर ਇੰਡੀਆ, ਪ੍ਰੋਜੈਕਟਡ 3rd ਸਪੋਟ ਫॉर ਇੰਡੀਆ ਬਾਈ WELT 2037। ਤਾਂ ਇਹ ਨਿਊਜ਼ ਇੰਪੋਰਟੈਂਟ ਹੈ ਵੀ 2037 ਤੱਕ ਜਿਹੜੀ ਇੰਡੀਆ ਉਹ 3 ਨੰਬਰ 'ਤੇ ਆ ਜੂਗੀ ਵਰਲਡ ਇਕਨੋਮਿਕ ਲੀਗ ਟੇਬਲ ਦੇ ਵਿੱਚ, ਠੀਕ ਹੈ। ਐਟ ਪ੍ਰੈਜੈਂਟ ਆਪਾਂ ਕਿੰਨਵੇਂ 'ਤੇ ਹੈ? 5ਵੇਂ 'ਤੇ। ਪਹਿਲੇ 'ਤੇ USA ਹੈ, ਜਿਹੜੀ UK ਦੀ CEBR ਹੈ ਉਹਦੇ ਦੁਆਰਾ ਡਾਟਾ ਦਿੱਤਾ ਗਿਆ, ਸੈਂਟਰ ਫੋਰ ਇਕਨੋਮਿਕਸ ਬਿਜ਼ਨਸ ਐਂਡ ਰਿਸਰਚ, ਠੀਕ ਹੈ। ਕਾਫੀ ਇੰਪੋਰਟੈਂਟ ਇਹ ਨਿਊਜ਼, ਇਹਨੂੰ ਯਾਦ ਕਰ ਲਿਓ ਤੁਸੀਂ, ਠੀਕ ਹੈ। ਅਗਲਾ ਆਪਣੇ ਕੋਲੇ ਅਵਾਰਡ ਹੈ, ਸਿੱਧਾ ਆਪਾਂ ਨੇ 1 ਲਾਈਨਰ ਵੀ ਇਹ ਅਵਾਰਡ ਕੌਣ ਜਿੱਤਿਆ ਹੈਗਾ। ਤਾਂ ਲਿਖੋ ਨੈਕਸਟ ਅਵਾਰਡ, ਅਟਲ ਸਮਾਨ ਅਵਾਰਡ, ਅਟਲ ਸਮਾਨ ਅਵਾਰਡ। ਤਾਂ ਨਾਮ ਤੋਂ ਕਲੀਅਰ ਹੈ ਵੀ ਅਟਲ ਬਿਹਾਰੀ ਵਾਜਪਾਈ ਜੀ ਦੀ ਯਾਦ ਦੇ ਵਿੱਚ ਜਿਹੜਾ ਇਹ ਅਵਾਰਡ ਦਿੱਤਾ ਗਿਆ ਹੋਊਗਾ, ਅਟਲ ਸਮਾਨ ਅਵਾਰਡ, ਠੀਕ ਹੈ। ਤਾਂ ਇਹ ਕਿਹਨੂੰ ਮਿਲਿਆ? ਪ੍ਰਭੂ ਚੰਦਰ ਮਿਸ਼ਰਾ, ਠੀਕ ਹੈ। ਤਾਂ ਤੁਸੀਂ ਸਿੱਧਾ 1 ਲਾਈਨ ਯਾਦ ਕਰਨਾ, 1 ਬਾਈ ਪ੍ਰਭੂ PRABHU ਪ੍ਰਭੂ ਚੰਦਰਾ ਠੀਕ ਹੈ। ਇਹਨਾਂ ਨੂੰ ਜਿਹੜਾ ਇਹ ਅਵਾਰਡ ਦਿੱਤਾ ਗਿਆ ਅਟਲ ਸਮਾਨ ਅਵਾਰਡ 2022 ਦਾ, ਠੀਕ ਹੈ। ਤਾਂ ਕਿੱਥੇ ਮਤਲਬ ਕਿਹੜੇ ਇਵੈਂਟ ਦੇ ਦੌਰਾਨ? ਤਾਂ 9th ਅਟਲ ਸਮਾਨ ਸਮਾਰੋਹ ਹੋਇਆ ਸੀਗਾ ਨਿਊ ਦਿੱਲੀ ਦੇ ਵਿੱਚ, ਠੀਕ ਹੈ। ਡੂਰਿੰਗ 9th ਮਤਲਬ ਇੱਕ ਤਰ੍ਹਾਂ ਦਾ 9ਵਾਂ ਐਡੀਸ਼ਨ ਹੈ ਇਹਦਾ, 9th ਅਟਲ ਸਮਾਨ ਸਮਾਰੋਹ, ਠੀਕ ਹੈ। ਐਟ ਨਿਊ ਦਿੱਲੀ, ਵਿਗਿਆਨ ਭਵਨ ਨਿਊ ਦਿੱਲੀ, ਐਟ ਵਿਗਿਆਨ ਭਵਨ ਨਿਊ ਦਿੱਲੀ, ਠੀਕ ਹੈ। ਤਾਂ ਵਿਗਿਆਨ ਭਵਨ ਤੋਂ ਹੀ ਆਪਾਂ ਆਈਡੀਆ ਲਾ ਲੈਂਦੇ ਵੀ ਜੇ ਵਿਗਿਆਨ ਭਵਨ ਨਿਊ ਦਿੱਲੀ 'ਚ ਵਿੱਚ ਦਿੱਤਾ ਜਾਂਦਾ ਹੈ ਤਾਂ ਜਿਹੜਾ ਇਹ ਅਵਾਰਡ ਹੈ ਇਹਨਾਂ ਨੂੰ ਕਿਹੜੀ ਫੀਲਡ ਦੇ ਵਿੱਚ ਦਿੱਤਾ ਜਾਊਗਾ? ਤਾਂ ਇਨ ਫੀਲਡ ਆਫ ਸਾਇੰਸ ਐਂਡ ਰਿਸਰਚ, ਠੀਕ ਹੈ। ਤਾਂ ਤੁਸੀਂ ਉਰੇ ਲਿਖ ਲਓ, ਇਨ ਫੀਲਡ ਆਫ ਸਾਇੰਸ ਐਂਡ ਰਿਸਰਚ ਦੇ ਵਿੱਚ ਪ੍ਰਭੂ ਚੰਦਰ ਮਿਸ਼ਰਾ ਨੂੰ ਮਿਲਿਆ, ਠੀਕ ਹੈ। ਸਾਇੰਸ ਐਂਡ ਰਿਸਰਚ, ਰਿਪੀਟ ਕਰਦੇ ਹਾਂ, ਅਟਲ ਸਮਾਨ ਅਵਾਰਡ 2022।
ਅਟਲ ਸਮਾਨ ਅਵਾਰਡ ਇਹ 9th ਜਿਹੜੀ ਅਟਲ ਸਮਾਨ ਸਮਾਰੋਹ ਵਿਗਿਆਨ ਭਵਨ ਨਿਊ ਦਿੱਲੀ ਦੇ ਵਿੱਚ ਹੋਈ ਸੀ, ਉੱਥੇ ਦਿੱਤਾ ਗਿਆ। ਕਿਹਨੂੰ ਮਿਲਿਆ ਇਹ? ਪ੍ਰਭੂ ਚੰਦਰ ਮਿਸ਼ਰਾ। ਠੀਕ ਹੈ, ਪ੍ਰਭੂ ਚੰਦਰ ਮਿਸ਼ਰਾ। ਠੀਕ ਹੈ, ਨੋਟ ਕਰੋ, ਇੰਪੋਰਟੈਂਟ ਹੈ। ਅੱਗੇ ਚੱਲਦੇ ਹਾਂ ਆਪਾਂ। ਤਾਂ ਨੈਕਸਟ ਆਪਾਂ ਕੁਝ ਇੰਪੋਰਟੈਂਟ ਅਪੋਇੰਟਮੈਂਟਸ ਕਰਦੇ ਹਾਂ। ਤਾਂ ਸਭ ਤੋਂ ਪਹਿਲੀ ਤੁਸੀਂ ਜਿਹੜੀ ਅਪੋਇੰਟਮੈਂਟ ਲਿਖੋਗੇ ਚੇਅਰਮੈਨ ਆਫ NHAI। ਠੀਕ ਹੈ, ਤਾਂ ਅਪੋਇੰਟਮੈਂਟਸ ਲਿਖ ਲੈਂਦੇ ਆਪਾਂ, ਵੈਰੀ ਵੈਰੀ ਇੰਪੋਰਟੈਂਟ ਅਪੋਇੰਟਮੈਂਟਸ। ਤਾਂ ਸਭ ਤੋਂ ਪਹਿਲਾਂ ਤੁਸੀਂ ਲਿਖੋ ਚੇਅਰਮੈਨ ਕਿਹਨੂੰ ਲਾਇਆ ਗਿਆ ਹੈ? ਚੇਅਰਮੈਨ ਆਫ NHAI, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ। ਠੀਕ ਹੈ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਸੰਤੋਸ਼ ਕੁਮਾਰ ਯਾਦਵ। ਸੰਤੋਸ਼, ਇਹਨੂੰ ਮੈਂ ਪਹਿਲੇ ਲਿਖਤਾ ਹੈ ਮੋਸਟ ਇੰਪੋਰਟੈਂਟ, ਇਕੱਠੀਆਂ 3 ਅਪੋਇੰਟਮੈਂਟਾਂ ਕਰਾਊਂਗਾ, 3 ਮੋਸਟ ਇੰਪੋਰਟੈਂਟ ਬਣੀ। ਸੰਤੋਸ਼ ਕੁਮਾਰ ਯਾਦਵ, ਸੰਤੋਸ਼ ਕੁਮਾਰ ਯਾਦਵ। ਤਾਂ ਨਾ ਇੱਕ ਵਾਰੀ ਬਸ ਆਪਣਾ ਪੇਪਰ ਹੋ ਜਾਂਦਾ, ਨੈਕਸਟ ਮੰਥ ਤੋਂ ਤਾਂ ਨਾ ਆਪਾਂ ਮਤਲਬ ਜਿਹੜੇ ਜੂਨ ਦੇ ਕਰੰਟ ਅਫੇਅਰ ਹੋਣਗੇ ਉਹਨਾਂ ਨੂੰ ਆਪਾਂ ਟੌਪਿਕ ਵਾਈਜ਼ ਸੈਗਰੀਗੇਟ ਕਰ ਦਿਆ ਕਰਾਂਗੇ, ਉਹ ਅਪੋਇੰਟਮੈਂਟਸ ਅਲੱਗ ਕਰ ਲਿਆ ਕਰਾਂਗੇ। ਠੀਕ ਹੈ, ਸਪੋਰਟਸ ਦੇ ਅਲੱਗ। ਤਾਂ ਹੁਣ ਪੇਪਰ 'ਚ ਟਾਈਮ ਘੱਟ ਸੀ, ਤਾਂ ਉਸ ਹਿਸਾਬ ਨਾਲ ਆਪਾਂ ਕਰਵਾ ਰਹੇ ਹਾਂ ਵੀ ਇੱਕ ਵਾਰੀ ਤੁਹਾਡੇ ਸਾਰੇ ਜਿਹੜੇ ਇੰਪੋਰਟੈਂਟ ਕਰੰਟ ਅਫੇਅਰਸ ਨੇ ਉਹ ਹੋ ਜਾਣ। ਤਾਂ ਅਪੋਇੰਟਮੈਂਟਸ ਚੇਅਰਮੈਨ ਆਫ NHAI, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਸੰਤੋਸ਼ ਕੁਮਾਰ ਯਾਦਵ। ਠੀਕ ਹੈ, ਇਹਨਾਂ ਨੂੰ ਮਿਲਿਆ। ਅਤੇ ਉਸ ਤੋਂ ਇਹ ਅਪੋਇੰਟਮੈਂਟ ਹੋਈ, ਇਹਨਾਂ ਦੀ ਅਪੋਇੰਟਮੈਂਟ ਹੋਈ ਹੈ। ਉਸ ਤੋਂ ਬਾਅਦ ਵਾਈਸ ਚੇਅਰਮੈਨ ਆਫ DDA, ਦਿੱਲੀ ਡਿਵੈਲਪਮੈਂਟ ਅਥਾਰਟੀ। ਦਿੱਲੀ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ। ਠੀਕ ਹੈ, ਦਿੱਲੀ ਡਿਵੈਲਪਮੈਂਟ ਅਥਾਰਟੀ, ਬਸ ਇੰਨੀ ਯਾਦ ਰੱਖ ਲਿਓ। ਠੀਕ ਹੈ, ਇਹ ਸੁਭਾਸ਼ੀਸ਼ ਪਾਂਡਾ, SUBHASISH, ਸੁਭਾਸ਼ੀਸ਼ ਪਾਂਡਾ। ਠੀਕ ਹੈ, ਨੈਕਸਟ ਜਿਹੜੀ ਅਪੋਇੰਟਮੈਂਟ ਆਪਾਂ ਨੇ ਯਾਦ ਕਰਨੀ ਹੈ ਉਹ ਹੈਗਾ CEO, ਚੀਫ ਐਗਜ਼ੀਕਿਊਟਿਵ ਆਫਿਸਰ ਆਫ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ, FSSAI। ਠੀਕ ਹੈ, ਇਹਦੇ CEO ਕਿਹਨੂੰ ਅਪੋਇੰਟ ਕੀਤਾ ਗਿਆ? ਤਾਂ ਗੰਜੀ ਕਮਲਾ ਵੀ ਰਾਓ। ਠੀਕ ਹੈ, ਚਲੋ ਤਾਂ ਇੰਪੋਰਟੈਂਟ ਅਪੋਇੰਟਮੈਂਟਸ ਨੇ, ਦੁਬਾਰੇ ਆਪਾਂ ਰਿਵਾਈਜ਼ ਕਰਦੇ ਹਾਂ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਸੰਤੋਸ਼ ਕੁਮਾਰ ਯਾਦਵ। ਠੀਕ ਹੈ, ਸੰਤੋਸ਼ ਕੁਮਾਰ ਯਾਦਵ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ। ਉਸ ਤੋਂ ਬਾਅਦ DDA, ਦਿੱਲੀ ਡਿਵੈਲਪਮੈਂਟ ਅਥਾਰਟੀ, ਇਹਦੇ ਵਾਈਸ ਚੇਅਰਮੈਨ ਨਹੀਂ ਵਾਈਸ ਚੇਅਰਮੈਨ, ਸੁਭਾਸ਼ੀਸ਼ ਪਾਂਡਾ। ਉਸ ਤੋਂ ਬਾਅਦ CEO ਆਫ FSSAI, ਫੂਡ ਸੇਫਟੀ ਐਂਡ ਸਿਕਿਉਰਿਟੀ ਆਫ ਇੰਡੀਆ, ਉਹ ਕੌਣ ਹੈ? ਗੰਜੀ ਕਮਲ ਬੀ ਰਾਓ। ਠੀਕ ਹੈ, ਗੰਜੀ ਕਮਲ ਬੀ ਰਾਓ। ਚਲੋ, ਤਾਂ ਨੈਕਸਟ ਆਪਣੇ ਕੋਲ ਇੱਕ ਅਵਾਰਡ ਹੈ, ਤਾਂ ਸਿੱਧਾ 1 ਲਾਈਨਰ ਆਪਾਂ ਨੇ ਯਾਦ ਕਰਨਾ ਵੀ ਇਹ ਅਵਾਰਡ ਕਿਹਦੇ ਦੁਆਰਾ ਦਿੱਤਾ ਗਿਆ? EMBO ਯੰਗ ਇਨਵੈਸਟਰ ਅਵਾਰਡ। ਠੀਕ ਹੈ, ਪਹਿਲਾਂ ਇਹ ਕਿਹਦੇ ਦੁਆਰਾ ਦਿੱਤਾ ਗਿਆ ਆਪਾਂ ਉਹ ਨਾਮ ਲਿਖਦੇ ਹਾਂ, ਫਿਰ ਆਪਾਂ ਇਹਦੀ ਫੁੱਲ ਫੋਰਮ ਵੀ ਲਿਖਾਂਗੇ। EMBO ਹੈ ਤਾਂ ਮਹਿਮਾ ਸੁਆਮੀ। ਠੀਕ ਹੈ, ਮਹਿਮਾ ਸੁਆਮੀ ਦੁਆਰਾ ਇਹ ਅਵਾਰਡ ਜਿੱਤਿਆ ਗਿਆ, ਯੰਗ ਇਨਵੈਸਟਰ ਅਵਾਰਡ। ਠੀਕ ਹੈ, ਤਾਂ ਆਹ ਕੀ ਹੈ ਆਪਣੇ ਕੋਲ? EMBO, ਇਹ ਕੀ ਹੈ? ਤਾਂ ਯੂਰੋਪੀਅਨ ਮੋਲੀਕੂਲਰ ਬਾਇਓਲੋਜੀ ਆਰਗੇਨਾਈਜੇਸ਼ਨ, ਯੂਰੋਪੀਅਨ ਮੋਲੀਕੂਲਰ ਬਾਇਓਲੋਜੀ ਆਰਗੇਨਾਈਜੇਸ਼ਨ। ਤਾਂ ਇਹਨਾਂ ਨੇ ਯੰਗ ਇਨਵੈਸਟਰ ਅਵਾਰਡ ਦਿੱਤਾ ਹੈਗਾ, ਤਾਂ ਉਹ ਕਿਹਨੂੰ ਮਿਲਿਆ? ਯਾਦ ਰੱਖਿਓ, ਮਹਿਮਾ ਸੁਆਮੀ ਨੂੰ। ਠੀਕ ਹੈ, ਮਹਿਮਾ ਸੁਆਮੀ ਇੰਡੀਅਨ ਸਾਇੰਟਿਸਟ ਨੇ, ਬੈਂਗਲੁਰੂ ਕਰਨਾਟਕਾ ਤੋਂ। ਤਾਂ ਇੰਡੀਅਨ ਸਾਇੰਟਿਸਟ ਫਰੋਮ ਬੈਂਗਲੁਰੂ ਕਰਨਾਟਕਾ। ਠੀਕ ਹੈ, ਤਾਂ ਮਹਿਮਾ ਸੁਆਮੀ ਨੂੰ ਮਿਲਿਆ ਇਹ ਜਿਹੜਾ ਅਵਾਰਡ ਹੈ। ਯੂਰਪ ਦੇ ਵਿੱਚ ਜਿਹੜਾ ਇਹ ਅਵਾਰਡ ਦਿੱਤਾ ਗਿਆ, ਮਤਲਬ ਇੱਕ ਤਰ੍ਹਾਂ ਦਾ ਸਾਇੰਸ ਦੇ ਵਿੱਚ ਜਿਹੜਾ ਇਹ ਅਵਾਰਡ ਦਿੱਤਾ ਜਾਂਦਾ, ਤਾਂ ਨਾ ਜੋ ਕਲੀਅਰ ਹੈ, ਬਾਇਓਲੋਜੀ ਦੇ ਵਿੱਚ ਜਿਹੜਾ ਇਹ ਅਵਾਰਡ ਦਿੱਤਾ ਜਾਂਦਾ। ਠੀਕ ਹੈ, ਤਾਂ ਯੂਰੋਪੀਅਨ ਮੋਲੀਕੂਲਰ ਬਾਇਓਲੋਜੀ ਆਰਗੇਨਾਈਜੇਸ਼ਨ ਦੇ ਵਿੱਚ ਕਿਹਨੂੰ ਅਵਾਰਡ ਮਿਲਿਆ? ਇੰਡੀਅਨ ਸਾਇੰਟਿਸਟ ਨੇ, ਮਹਿਮਾ ਸੁਆਮੀ। ਠੀਕ ਹੈ, ਤਾਂ ਮਹਿਮਾ ਸੁਆਮੀ ਯਾਦ ਰੱਖਿਓ ਸਿੱਧਾ।
अगला एक अवार्ड है एम्बेसडर्स ऑफ चेंज अवार्ड, ठीक है, एम्बेसडर्स ऑफ चेंज अवार्ड, एम्बेसडर्स ऑफ चेंज अवार्ड, एम्बेसडर्स ऑफ चेंज अवार्ड ये किहनूं मिले अपने को विशाल मित्तल, विशाल मित्तल, विशाल मित्तल। तो ये एक इंडियन स्टूडेंट है यूनीवर्सिटी ऑफ कैनबेरा आस्ट्रेलिया दे विच है, ठीक है। तो एक तरह का ये आप कह सकते हैं इंडियन स्टूडेंट इन या एट लिख लो, इंडियन स्टूडेंट एट यूनिवर्सिटी ऑफ कैनबेरा आस्ट्रेलिया दे विच, ठीक है, आस्ट्रेलिया दे विच इन्हां नूं अंबैसडर ऑफ चेंज अवार्ड दिता गया, ठीक है। कादे वास्ते, ठीक है, फॉर आउटस्टैंडिंग वर्क एज अ स्टूडेंट मैंटर एंड कॉन्ट्रीब्यूशन ऑफ US कम्यूनिटी। मतलब एक तरह के स्टूडेंट मैंटर के तौर पर इन्होंने काफ़ी इंपॉर्टेंट इहदा आउटस्टैंडिंग वर्क सी स्टूडेंट मैंटर, ठीक है, फॉर आउटस्टैंडिंग वर्क एज अ स्टूडेंट मैंटोर। चलो तो रिवाइज करते हैं आप अंबैसडर ऑफ चेंज अवार्ड, ठीक है, 2022 का इंपॉर्टेंट है विशाल मित्तल, ठीक है। किनू मिले विशाल मित्तल को 2 अवार्ड ने। सब तो पहला EMBO यंग इन्वैसटर अवार्ड, EMBO यंग इन्वैसटर अवार्ड महिमा स्वामी, EMBO यंग इन्वैसटर अवार्ड किनू मिले महिमा स्वामी नू, ते अंबैसडर ऑफ चेंज अवार्ड किनू मिले विशाल मित्तल नू, ठीक है। तो अपने को 2 इंपॉर्टेंट अवार्ड सीगे, इन्होंने नोट करो, फिर आप अगे चलते हैं। तो नैक्सट न्यूज़ अपने को स्पोर्ट्स दी है। FIDE फाइड वर्ल्ड रैपिड एंड ब्लिट्ज चैंपियनशिप 2022, ठीक है। तो ये मतलब चैस का टूरनामेंट है, ठीक है। मैं सुना आख्या भी जिथे भी चैस के उपर कोई टूरनामेंट आ गया सूँ ना पता होया, जे तो पता ठीक है, जो तुक्का लाना होया तो उसी आ बंदे तुक्का ला दिओ, ठीक है। मैगनस कार्लसन ये काफ़ी अवार्ड जोड़े चैस के पिछली चैस के काफ़ी टूरनामेंट ये जिते, ठीक है। कितों का ये नॉर्वे का मैगनस कार्लसन ऑफ नॉर्वे। तो वर्ल्ड रैपिड एंड ब्लिट्ज चैंपियनशिप 2022 चैस के होंगी है। तो ये भी ये कौन जितेगा अपने को, तो याद रखियो मैगनस कार्लसन, ठीक है। सीधा डायरैक्ट इनू वन लाइनर न्यूज़ है, याद रख लियो। तो जी नैक्सट न्यूज़ है हैगी अपने को G20 S20 ऑफ G20, मतलब S20 साइंस 20 G20 देखो प्रेजिडेंसी इंडिया को तो सुनो मैं आख्या भी अलग अलग जोड़े वो मतलब जिमें B20 बिजनेस 20 हो रहा गांधीनगर गुजरात के है ना, C20 सिविल सोसाइटी वाला अपने पढ़िया सीगा, ठीक है, नागपुर। एवं अपने को S20 साइंस वाला। तो याद रखियो कितने होया इंडियन इंस्टीट्यूट ऑफ साइंस बेंगलुरु, कितने होया होस्ट बाय IISC इंडियन इंस्टीट्यूट ऑफ साइंस बेंगलुरु, इंडियन इंस्टीट्यूट ऑफ साइंस बेंगलुरु दे विच इनू होस्ट किया गया। तो यदा थीम याद कर लो साइंस वाली का, साइंस 20 का, ठीक है। तो यदा थीम सीगा डिसरप्टिव साइंस फॉर इनोवेटिव एंड सस्टेनेबल डेवलपमेंट, फॉर इनोवेटिव एंड सस्टेनेबल डेवलपमेंट, फॉर इनोवेटिव एंड सस्टेनेबल डेवलपमेंट, ठीक है। ये थीम सीगा S20 का, ठीक है, इंपॉर्टेंट है, नोट करो। तो नैक्सट न्यूज़ अपने को काफ़ी ज़्यादा इंपॉर्टेंट है, वो हैगी अपने को फर्स्ट कंप्लीट लाइब्रेरी कॉन्स्टिट्यूएंसी इन इंडिया, फर्स्ट कंप्लीट लाइब्रेरी कॉन्स्टिट्यूएंसी इन इंडिया, कॉन्स्टिट्यूएंसी इन इंडिया, वेरी इंपॉर्टेंट न्यूज़। तो इंडिया के पहली यह जी कि कॉन्स्टिट्यूएंसी बन गई जिदे 100% जी लाइब्रेरी है वो
ਸਾਰੇ ਲੋਕਾਂ ਨੂੰ ਅਚੀਵ ਹੋਊਗੀ। ਠੀਕ ਹੈ, ਤਾਂ ਹੈਗੀ ਆਪਣੇ ਕੋਲੇ ਪਤਾ ਹੀ ਹੈ ਵੀ ਪੜ੍ਹੀ ਲਿਖੀ ਸਟੇਟ ਕਿਹੜੀ ਹੈ 100% ਲਿਟਰੇਸੀ ਵਾਲੀ ਕੇਰਲਾ। ਤਾਂ ਕੇਰਲਾ ਦੀ ਇੱਕ ਕੋਈ ਕੌਂਸਟੀਟੂਐਂਸੀ ਹੋਊਗੀ ਕੇਰਲਾ ਦੀ ਕਿਹੜੀ ਧਰਮਦਮ। ਠੀਕ ਹੈ, ਤਾਂ ਲਿਖ ਲਓ ਕੇਰਲਾਸ DAR ਸੌਰੀ DHAR ਧਰਮਦਮ। ਤਾਂ ਕੇਰਲਾ ਦੀ ਧਰਮਦਮ ਕੌਂਸਟੀਟੂਐਂਸੀ ਬਣ ਗਈ ਇੰਡੀਆ ਦੀ ਪਹਿਲੀ ਕੌਂਸਟੀਟੂਐਂਸੀ ਜਿੱਥੇ 100% ਜਿਹੜੀ ਆਪਣੇ ਕੋਲੇ ਜਿਹੜੀ ਲਾਇਬ੍ਰੇਰੀ ਹੈ ਉਹ ਸਾਰੀਆਂ ਜਿਹੜੇ ਵਿਲੇजेस ਹੋਣਗੇ ਸਾਰਿਆਂ ਦੇ ਵਿੱਚ ਇੱਕ ਇੱਕ ਲਾਇਬ੍ਰੇਰੀ ਐਟਲੀਸਟ ਹੋਊਗੀ ਹੀ ਹੋਊਗੀ। ਪਹਿਲੀ ਕੌਂਸਟੀਟੂਐਂਸੀ ਕੇਰਲਾ ਦੀ ਧਰਮਦਮ। ਤਾਂ ਨੈਕਸਟ ਕਾਫੀ ਇੰਪੋਰਟੈਂਟ ਹੈ, ਇੱਕ ਮੋਬਾਈਲ ਐਪ ਹੈ, ਮੋਬਾਈਲ ਐਪ ਠੀਕ ਹੈ ਪ੍ਰਹਾਰੀ, ਮੋਬਾਈਲ ਐਪ ਪ੍ਰਹਾਰੀ। ਠੀਕ ਹੈ, ਉਹ ਪੁੱਛੂਗਾ ਵੀ ਪ੍ਰਹਾਰੀ ਕੀ ਹੈ, ਪਹਿਲਾਂ ਤਾਂ ਕੁਛ ਨਹੀਂ ਆ ਸਕਦਾ। ਪ੍ਰਹਾਰੀ ਇੱਕ ਮੋਬਾਈਲ ਐਪ ਹੈ, ਕਿਹਨੇ ਲਾਂਚ ਕੀਤੀ ਹੈ, ਕਿਹਦੇ ਵਾਸਤੇ ਲਾਂਚ ਕੀਤੀ ਹੈ। ਠੀਕ ਹੈ, ਤਾਂ ਯਾਦ ਰੱਖਿਓ ਜਿਹੜੀ ਪ੍ਰਹਾਰੀ ਮੋਬਾਈਲ ਐਪ ਹੈ ਇਹ ਲਾਂਚਡ ਬਾਈ ਯੂਨੀਅਨ ਹੋਮ ਐਂਡ ਕੋਆਪਰੇਸ਼ਨ ਮਿਨਿਸਟਰ ਅਮਿਤ ਸ਼ਾਹ। ਯੂਨੀਅਨ ਹੋਮ ਐਂਡ ਕੋਆਪਰੇਸ਼ਨ ਮਿਨਿਸਟਰ ਅਮਿਤ ਸ਼ਾਹ। ਯੂਨੀਅਨ ਹੋਮ ਐਂਡ ਕੋਆਪਰੇਸ਼ਨ ਮਿਨਿਸਟਰ ਅਮਿਤ ਸ਼ਾਹ ਜੀ ਦੁਆਰਾ ਮਤਲਬ ਯੂਨੀਅਨ ਹੋਮ ਮਿਨਿਸਟਰੀ ਦੁਆਰਾ ਇਹਨੂੰ ਲਾਂਚ ਕੀਤਾ ਗਿਆ। ਕਾਹਦੇ ਵਾਸਤੇ? ਠੀਕ ਹੈ, ਯਾਦ ਰੱਖਿਓ ਫॉर ਬਾਰਡਰ ਸਿਕਿਉਰਿਟੀ ਫੋਰਸ ਇਨ ਨਿਊ ਦਿੱਲੀ। ਠੀਕ ਹੈ, ਫॉर BSF ਜਿਹੜੀ ਪ੍ਰਹਾਰੀ ਐਪ ਹੈ ਕਿਹਦੇ ਵਾਸਤੇ? ਯਾਦ ਰੱਖਿਓ ਬਾਰਡਰ ਸਿਕਿਉਰਿਟੀ ਫੋਰਸ ਲਈ ਬਣਾਈ ਗਈ ਹੈ। ਬਾਰਡਰ ਸਿਕਿਉਰਿਟੀ ਫੋਰਸ ਦੇ ਲਈ ਜਿਹੜੀ ਇਹ ਐਪ ਹੈ ਤਾਂ ਇਹ ਆਪਣੇ ਕੋਲੇ ਯੂਨੀਅਨ ਹੋਮ ਐਂਡ ਕੋਆਪਰੇਸ਼ਨ ਮਿਨਿਸਟਰ ਅਮਿਤ ਸ਼ਾਹ ਜੀ ਨੇ ਲਾਂਚ ਕੀਤੀ ਹੈਗੀ। ਠੀਕ ਹੈ, ਤਾਂ ਉਸ ਤੋਂ ਬਾਅਦ ਆਪਣੇ ਕੋਲੇ ਇੱਕ ਵਾਈਬਰੈਂਟ ਵਿਲੇਜ ਪ੍ਰੋਗਰਾਮ ਸੀਗਾ। ਠੀਕ ਹੈ, ਉਹ ਵੀ ਕੀ ਸੀਗਾ ਉਹ ਵੀ ਆਪਾਂ ਇਕੱਠੇ ਦੇਖ ਲੈਂਦੇ ਹਾਂ। ਵਾਈਬਰੈਂਟ ਵਿਲੇਜ ਪ੍ਰੋਗਰਾਮ ਤਾਂ ਇਹ PM ਮੋਦੀ ਜੀ ਨੇ ਲਾਂਚ ਕੀਤਾ ਸੀਗਾ। PM ਮੋਦੀ ਜੀ ਲਾਂਚ। ਠੀਕ ਹੈ, ਅਤੇ ਇਹਦੇ ਵਿੱਚ ਇਹ ਪ੍ਰੋਗਰਾਮ ਦੇ ਤਹਿਤ ਵੀ ਕੀ ਸੀਗਾ ਵੀ ਜਿਹੜੀ BSF ਹੈ ਠੀਕ ਹੈ ਬਾਰਡਰ ਸਿਕਿਉਰਿਟੀ ਫੋਰਸ ਹੈ BSF। ਠੀਕ ਹੈ, ਤਾਂ ਇਹਦੇ ਤਹਿਤ ਜਿਹੜੀ ਬਾਰਡਰ ਸਿਕਿਉਰਿਟੀ ਫੋਰਸ ਹੈ ਇਟ ਵਿਲ ਮੇਕ ਐਫਰਟਸ ਟੂਵਰਡਸ ਇਨਕਰੀਜ਼ਿੰਗ ਟੂਰਿਜ਼ਮ ਇਨ ਵਿਲੇजेस। ਤਾਂ ਵਾਈਬਰੈਂਟ ਵਿਲੇਜ ਪ੍ਰੋਗਰਾਮ ਕੀ ਹੈ ਵੀ ਵਿਲੇजेस ਦੇ ਵਿੱਚ ਟੂਰਿਜ਼ਮ ਨੂੰ ਇਨਕਰੀਜ਼ ਕਰਨਾ। ਠੀਕ ਹੈ, ਇਹ ਵੀ ਮਤਲਬ ਇੱਕ ਤਰ੍ਹਾਂ ਦਾ BSF ਦਾ ਇੱਕ ਹੀ ਇਨੀਸ਼ੀਏਟਿਵ ਹੋਊਗਾ। ਠੀਕ ਹੈ, ਤਾਂ ਜਿੰਨੀਆਂ ਵੀ ਅੱਜ ਆਪਾਂ ਨੇ ਨਿਊਜ਼ ਕੀਤੀਆਂ ਨੇ ਸਾਰੀਆਂ ਆਪਾਂ ਇੱਕ ਵਾਰੀ ਰਿਵਾਈਜ਼ ਕਰਦੇ ਹੈਗੇ। ਠੀਕ ਹੈ, ਤਾਂ ਅੱਜ ਆਪਾਂ ਸਟਾਰਟ ਹੋਏ ਸੀਗੇ, ਕਾਫੀ ਸਾਰੀਆਂ ਨਿਊਜ਼ ਦੇਖੋ ਆਪਣੀ ਕਵਰ ਹੋ ਗਈਆਂ। ਤਾਂ ਹੁਣ ਆਪਣਾ ਈਜ਼ੀਲੀ ਕਵਰ ਹੋ ਜਾਊਗਾ ਕਿਉਂਕਿ ਵਾਈਟ ਬੋਰਡ 'ਤੇ ਕਰਵਾਉਣ ਨਾਲੋਂ ਅਤੇ ਸਕਰੀਨ 'ਤੇ ਕਰਵਾਉਣ ਨਾਲ ਥੋੜ੍ਹਾ ਸੌਖਾ ਰਹਿੰਦਾ। ਤਾਂ ਅੱਧੇ ਟਾਈਮ 'ਚ ਦੁੱਗਣੀਆਂ ਨਿਊਜ਼ ਕਵਰ ਹੋਣ ਲੱਗ ਗਈਆਂ ਇੱਕ ਤਰ੍ਹਾਂ ਦੀਆਂ ਆਪਣੀਆਂ। ਚਲੋ, ਤਾਂ ਸਭ ਤੋਂ ਪਹਿਲਾਂ ਗ੍ਰੀਨ ਬਿਲਡਿੰਗ ਅਵਾਰਡ। ਤਾਂ ਗ੍ਰੀਨ ਬਿਲਡਿੰਗ ਅਵਾਰਡ 2022 ਦਾ ਕਿਹਨੂੰ ਮਿਲਿਆ? UIDAI ਦੀ ਹੈੱਡਕੁਆਟਰ ਦੀ ਬਿਲਡਿੰਗ ਨਿਊ ਦਿੱਲੀ ਦੇ ਵਿੱਚ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਗ੍ਰੀਨ ਬਿਲਡਿੰਗ ਅਵਾਰਡ। ਅਤੇ ਕਿਹਨਾਂ ਦਾ ਆਪਾਂ ਨੇ ਹੋਰ ਅਵਾਰਡ ਪੜ੍ਹਿਆ ਸੀਗਾ ਉਹ ਵੀ ਆਪਾਂ ਦੇਖ ਹੀ ਲੈਂਦੇ ਕਿ DSI ਡਾਟਾ ਸਿਕਿਉਰਿਟੀ ਕਾਊਂਸਲ ਆਫ ਇੰਡੀਆ ਐਕਸਲੈਂਸ ਅਵਾਰਡ। ਇਹ ਵੀ ਕਿਹਨੂੰ ਮਿਲਿਆ? UIDAI ਨੂੰ ਡਾਟਾ ਸਿਕਿਉਰਿਟੀ ਕਾਊਂਸਲ ਆਫ ਇੰਡੀਆ ਐਕਸਲੈਂਸ ਅਵਾਰਡ। ਅਤੇ ਆਪਣੇ ਕੋਲੇ ਗ੍ਰੀਨ ਬਿਲਡਿੰਗ ਅਵਾਰਡ ਇਹ ਵੀ UIDAI ਨੂੰ। ਉਦੋਂ ਬਾਅਦ 'ਚ 2022 IWF ਵਰਲਡ ਚੈਂਪੀਅਨਸ਼ਿਪ ਬੈਗੋਟਾ ਦੇ ਵਿੱਚ ਹੋਇਆ ਸੀਗਾ। ਤਾਂ ਜਿੱਤੀ ਕੌਣ ਹੈ? ਇੰਡੀਅਨ ਵੇਟ ਲਿਫਟਰ ਮੀਰਾਬਾਈ ਚੰਨੂ ਸਿਲਵਰ ਮੈਡਲ ਜਿੱਤੀ ਹੈਗੀ। ਇਹ ਮਣੀਪੁਰ ਇੰਫਾਲ ਤੋਂ ਬਿਲੋਂਗ ਕਰਦੀ ਹੈਗੀ। ਇਹ ਪਹਿਲੀ ਇੰਡੀਅਨ ਵੇਟ ਲਿਫਟਰ ਸੀ ਜਿਹਨੇ ਸਿਲਵਰ ਮੈਡਲ ਜਿੱਤਿਆ ਸੀ ਟੋਕੀਓ 2020 'ਚ। ਅਤੇ ਓਵਰਆਲ ਇਹ ਸੈਕਿੰਡ ਇੰਡੀਅਨ ਵੇਟ ਲਿਫਟਰ ਬਣ ਗਈ ਕਰਨ ਮਲੇਸ਼ਵਰੀ ਤੋਂ ਬਾਅਦ ਜਿਹਨੇ ਓਲੰਪਿਕ ਮੈਡਲ ਜਿੱਤਿਆ ਹੈਗਾ। ਠੀਕ ਹੈ, 49 ਕਿਲੋ ਕੈਟਾਗਰੀ ਦੇ ਵਿੱਚ। ਤਾਂ ਇਹ ਜਿਹੜਾ IWF ਵਰਲਡ ਚੈਂਪੀਅਨਸ਼ਿਪ ਹੈ ਬਗੋਟਾ ਕੋਲੰਬੀਆ ਦੇ ਵਿੱਚ ਹੋਇਆ ਸੀ। ਗੋਲਡ ਜਿੱਤਿਆ ਹੈਗਾ ਆਪਣੇ ਕੋਲੇ ਜਿਆਂਗ ਹੋਈ ਹੁਆ ਆਫ ਚਾਈਨਾ। ਠੀਕ ਹੈ, ਕਿਸਾਨ ਦਿਵਸ ਵੈਰੀ ਇੰਪੋਰਟੈਂਟ 23 ਦਸੰਬਰ। ਕਿਸਾਨ ਦਿਵਸ 23 ਦਸੰਬਰ। ਠੀਕ ਹੈ, ਤਾਂ ਦੇਖੋ ਕਿਸਾਨ ਦਿਵਸ ਐਂ ਲਾ ਲਓ ਵੀ ਕਿਸਾਨ ਜਿਹੜਾ ਉਹ 12 ਮਹੀਨੇ ਕੰਮ ਕਰਦਾ। ਤਾਂ 12 ਮਹੀਨੇ ਮਤਲਬ 12ਵਾਂ ਮਹੀਨਾ ਦਸੰਬਰ ਕਿਸਾਨ ਦਿਵਸ ਯਾਦ ਕਰਨ ਦਾ ਤਰੀਕਾ ਵੀ ਕਿਸਾਨ ਦਿਵਸ ਕਦੋਂ ਮਨਾਇਆ ਗਿਆ ਹੋਊਗਾ ਆਪਣੇ ਕੋਲੇ ਦਸੰਬਰ ਮੰਥ ਦੇ ਵਿੱਚ। ਠੀਕ ਹੈ, ਵੀ ਕਿਸਾਨ 12 ਮਹੀਨੇ ਕੰਮ ਕਰਦਾ। ਠੀਕ ਹੈ,
ਤੇ ਉਸ ਤੋਂ ਬਾਅਦ 2-3-12 ਕਿਸੇ ਨਾ ਕਿਸੇ ਨੂੰ ਰਿਲੇਟ ਕਰ ਲਿਓ। 23 ਦਸੰਬਰ ਕੀ ਸੀ ਆਪਣੇ ਕੋਲ ਬਰਥ ਐਨੀਵਰਸਰੀ ਚੌਧਰੀ ਚਰਨ ਸਿੰਘ ਦੀ, ਇੰਪੋਰਟੈਂਟ ਹੈ। ਚੌਧਰੀ ਚਰਨ ਸਿੰਘ ਉੱਪਰ 2 ਕੁਐਸਚਨ ਆਉਂਦੇ ਹੁੰਦੇ ਨੇ, ਇੱਕ ਤਾਂ ਪਹਿਲਾ PM ਜਿਹਨੇ ਪਾਰਲੀਮੈਂਟ ਫੇਸ ਹੀ ਨਹੀਂ ਕੀਤਾ ਚੌਧਰੀ ਚਰਨ ਸਿੰਘ, ਦੂਜਾ ਲੀਡਰਸ ਉਹ PM ਜਿਹੜਾ ਆਪਣੇ ਕੋਲ ਕਿਸਾਨ ਲੀਡਰ ਸੀ ਤਾਂ ਚੌਧਰੀ ਚਰਨ ਸਿੰਘ, ਤੇ ਕਿਸਾਨ ਲੀਡਰ ਸੀ ਤਾਂ ਹੀ ਕਰਕੇ ਕਿਸਾਨ ਦਿਵਸ ਮਨਾਇਆ ਜਾਂਦਾ। ਉਦੋਂ ਬਾਅਦ 'ਚ ਫੋਰਬਸ ਨੇ ਹਾਈਐਸਟ ਪੇਡ ਫੀਮੇਲ ਐਥਲੀਟ ਕਿਹਨੂੰ ਪਹਿਲੇ ਨੰਬਰ 'ਤੇ ਕਿਹੜੀ ਹੈ, ਨਾਓਮੀ ਓਸਾਕਾ ਜਾਪਾਨ ਦੀ ਟੈਨਿਸ ਖਿਡਾਰਨ ਹੈ, ਅਤੇ ਇੰਡੀਆ ਦੀ PV ਸਿੰਧੂ ਬੈਡਮਿੰਟਨ ਖਿਡਾਰਨ ਹੈ 12ਵੇਂ ਨੰਬਰ ਦੀ। ਉਦੋਂ ਬਾਅਦ 'ਚ ਵੈਂਚਰ ਸਪੈਸ਼ਲ ਪ੍ਰਾਈਜ਼ 2022 ਦਾ ਪ੍ਰੋਫੈਸਰ ਥਲਾਪਿਲ ਪ੍ਰਦੀਪ ਨੂੰ IIT ਮਦਰਾਸ ਦਾ ਇਹ ਪਦਮ ਸ਼੍ਰੀ ਵੀ, ਅਤੇ 2022 ਦੇ ਵਿੱਚ ਜਿਹੜਾ ਇਹ ਅਵਾਰਡ ਸੀ ਵੈਂਚਰ ਸਪੈਸ਼ਲ ਪ੍ਰਾਈਜ਼ ਵੈਂਚਰ ਫਾਊਂਡੇਸ਼ਨ ਦੁਆਰਾ ਦਿੱਤਾ ਜਾਂਦਾ, ਕਿੱਥੇ ਹੈਨੋਈ ਵੀਅਤਨਾਮ ਦੇ ਵਿੱਚ। 3 ਕੈਟਾਗਰੀ ਦੇ ਵਿੱਚ ਦਿੱਤਾ ਜਾਂਦਾ, ਫੀਮੇਲ ਇਨੋਵੇਟਰਸ ਫਰੋਮ ਡਿਵੈਲਪਿੰਗ ਕੰਟਰੀਜ਼ ਅਤੇ ਆਊਟਸਟੈਂਡਿੰਗ ਕੰਟਰੀਬਿਊਸ਼ਨ ਵਾਲਾ, ਅਤੇ ਜਿਹੜਾ ਇੰਡੀਆ ਦਾ ਪ੍ਰੋਫੈਸਰ ਥਲਾਪਿਲ ਪ੍ਰਦੀਪ ਨੂੰ ਮਿਲਿਆ, ਇਹ ਕਾਹਦੇ ਵਾਸਤੇ ਮਿਲਿਆ, ਇਨੋਵੇਟਰਸ ਫਰੋਮ ਡਿਵੈਲਪਿੰਗ ਕੰਟਰੀਜ਼। ਉਸ ਤੋਂ ਬਾਅਦ ਆ ਗਿਆ DSCI ਡਾਟਾ ਸਿਕਿਉਰਿਟੀ ਕਾਊਂਸਲ ਆਫ ਇੰਡੀਆ ਐਕਸਲੈਂਸ ਅਵਾਰਡ, ਇਹ ਕਿਹਨੂੰ ਮਿਲਿਆ, UIDAI ਨੂੰ, ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ। ਅਤੇ ਉਸ ਤੋਂ ਬਾਅਦ ਬੈਸਟ ਸਿਕਿਉਰਿਟੀ ਪ੍ਰੈਕਟਿਸ ਵਾਸਤੇ ਇਸ ਨੂੰ ਆਖਿਆ ਸੀ ਇਹਨਾਂ ਨੂੰ ਇੱਕ ਉਹ ਅਵਾਰਡ ਵੀ ਮਿਲਿਆ ਸੀਗਾ ਆਪਣੇ ਕੋਲ, ਗ੍ਰੀਨ ਬਿਲਡਿੰਗ ਅਵਾਰਡ। ਰਵਿੰਦਰਨਾਥ ਟੈਗੋਰ ਪ੍ਰਾਈਜ਼ ਸੁਦੀਪ ਸੈਨ ਅਤੇ ਸ਼ੋਭਾਨਾ ਕੁਮਾਰ, ਠੀਕ ਹੈ, ਦੋਨਾਂ ਨੂੰ ਮਿਲਿਆ ਜੁਆਇੰਟਲੀ 2021-22 ਦਾ। ਅਤੇ ਇਹ ਜਿਹੜਾ ਅਵਾਰਡ ਹੈ ਕਿਹਦੇ ਦੁਆਰਾ ਦਿੱਤਾ ਜਾਂਦਾ, ਪੀਟਰ ਬੁਰਡੈਲੋ ਆਫ US, ਠੀਕ ਹੈ, ਰਵਿੰਦਰਨਾਥ ਟੈਗੋਰ ਅਵਾਰਡ। ਉਸ ਤੋਂ ਬਾਅਦ ਏਕਲਵਿਆ ਪੁਰਸਕਾਰ ਸਵਸਤੀ ਸਿੰਘ, ਠੀਕ ਹੈ, ਸਵਸਤੀ ਸਿੰਘ ਸਾਈਕਲਿਸਟ ਹੈ ਉੜੀਸਾ ਤੋਂ। ਇੰਪੈਕਟ ਦੁਆਰਾ ਇਹ ਦਿੱਤਾ ਜਾਂਦਾ, ਇੰਡੀਅਨ ਮੈਟਲਸ ਐਂਡ ਪਬਲਿਕ ਚੈਰੀਟੇਬਲ ਟਰਸਟ। ਨੈਸ਼ਨਲ ਕੰਜ਼ਿਊਮਰਸ ਡੇ 24 ਦਸੰਬਰ। ਉਸ ਤੋਂ ਬਾਅਦ ਭਾਰਤੀ ਗ੍ਰਾਹਕ ਦਿਵਸ ਵੀ ਨੂੰ ਬੋਲਦੇ ਨੇ, ਨੈਸ਼ਨਲ ਕੰਜ਼ਿਊਮਰ ਰਾਈਟਸ ਡੇ ਵੀ ਕਹਿੰਦੇ ਨੇ 24 ਦਸੰਬਰ। ਪ੍ਰੈਲੇ ਕੀ ਹੈ, ਪ੍ਰੈਲੇ ਇੱਕ ਬਲਿਸਟਿਕ ਮਿਜ਼ਾਈਲ ਹੈ, DRDO ਦੇ ਦੁਆਰਾ ਬਣਾਈ ਗਈ ਹੈ, ਸਰਫੇਸ ਟੂ ਸਰਫੇਸ ਹੈ, ਸ਼ਾਰਟ ਰੇਂਜ ਹੈ, 150 ਤੋਂ 500 ਕਿਲੋਮੀਟਰ। ਸਾਰੇ ਪੁਆਇੰਟ ਇਹਦੇ ਬਾਰੇ ਯਾਦ ਹੋਣੇ ਚਾਹੀਦੇ ਨੇ। 120 ਆਪਾਂ ਜਿਹੜੀ ਬਲਿਸਟਿਕ ਮਿਜ਼ਾਈਲ ਜਿਹੜੀ ਮਿਨਿਸਟਰੀ ਆਫ ਡਿਫੈਂਸ ਨੇ ਇੰਡੀਅਨ ਆਰਮੀ ਨੂੰ ਦੇਣੀਆਂ ਨੇ, ਇਹਨਾਂ ਦੀ ਸਪੀਡ 2000 ਕਿਲੋਮੀਟਰ ਪ੍ਰਤੀ ਆਵਰ ਹੈ। ਗ੍ਰੇਟ ਪਲੇਸ ਟੂ ਵਰਕ 2023 ਵਾਸਤੇ ਕਿਹਨੂੰ ਕੰਸੀਡਰ ਕੀਤਾ ਗਿਆ, ਟਾਟਾ ਸਟੀਲ ਨੂੰ, 6ਵਾਂ ਸਾਲ ਹੈ ਲਗਾਤਾਰ ਇਹਦਾ। ਨਵਾਂ PM ਨੇਪਾਲ ਦਾ ਪੁਸ਼ਪਾ, ਅਤੇ ਨਵਾਂ ਪ੍ਰੈਜ਼ੀਡੈਂਟ ਨੇਪਾਲ ਦਾ ਰਾਮਚੰਦਰ ਪੌਡਲ। ਉਦੋਂ ਬਾਅਦ 'ਚ ਇੱਕ ਬੁੱਕ ਸੀ ਫੌਕਸ ਇਨ ਦਾ ਰੋਡ, ਕਿਹਨੇ ਲਿਖਿਆ, C ਰੰਗਾ ਰਾਜਨ। ਗੁੱਡ ਗਵਰਨੈਂਸ ਡੇ 23 ਦਸੰਬਰ, ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਦੇ ਉੱਪਰ। ਵੀਰਬਾਲ ਦਿਵਸ 26 ਦਸੰਬਰ, ਹੈ ਨਾ, ਤਾਂ 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਰੱਖਦੇ ਹੋਏ, ਠੀਕ ਹੈ, ਤਾਂ 26 ਦਸੰਬਰ ਨੂੰ ਪਹਿਲਾ ਆਬਜ਼ਰਵੈਂਸ ਸੀ ਵੀਰਬਾਲ ਦਿਵਸ ਦਾ 2022 ਦੇ ਵਿੱਚ। ਵਰਲਡ ਇਕਨੋਮਿਕ ਲੀਗ ਟੇਬਲ ਦੇ ਵਿੱਚ ਆਪਾਂ ਫਿਲਹਾਲ ਤਾਂ 5ਵੇਂ 'ਤੇ ਹਾਂ, ਪਹਿਲੇ ਤੋਂ USA ਹੈ, ਪਰ ਮਤਲਬ UK ਦੀ CEBR ਨੇ ਇਹ ਇੱਕ ਐਸਟੀਮੇਟ ਲੈਤਾ ਵੀ ਇੰਡੀਆ ਤੀਜੇ 'ਤੇ ਆ ਜਾਊਗੀ 2037 ਤੱਕ, ਠੀਕ ਹੈ, ਇਹ ਵੀ ਇੰਪੋਰਟੈਂਟ ਇੱਕ ਪੁਆਇੰਟ। ਅਟਲ ਸਮਾਨ ਅਵਾਰਡ ਕਿਹਨੂੰ ਮਿਲਿਆ, ਪ੍ਰਭੂ ਚੰਦਰ ਮਿਸ਼ਰਾ ਅਟਲ ਸਮਾਨ ਅਵਾਰਡ ਪ੍ਰਭੂ ਚੰਦਰ ਮਿਸ਼ਰਾ, ਠੀਕ ਹੈ। ਕਦੋਂ ਇਹਨਾਂ ਦਾ ਜਿਹੜਾ 9ਵਾਂ ਅਟਲ ਸਮਾਨ ਸਮਾਰੋਹ ਹੋਇਆ ਸੀ ਵਿਗਿਆਨ ਭਵਨ ਨਿਊ ਦਿੱਲੀ ਦੇ ਵਿੱਚ, ਸਾਇੰਸ ਅਤੇ ਰਿਸਰਚ ਦੇ ਵਿੱਚ ਇਹਨਾਂ ਨੂੰ ਮਿਲਿਆ ਪ੍ਰਭੂ ਚੰਦਰ ਮਿਸ਼ਰਾ ਨੂੰ। ਤਾਂ ਕੁਝ ਕੁ ਅਪੁਆਇੰਟਮੈਂਟ ਸੀ ਜਿਹੜੀਆਂ ਮੇਨ ਸੀ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਚੇਅਰਮੈਨ ਲਾਇਆ ਸੰਤੋਸ਼ ਕੁਮਾਰ ਯਾਦਵ ਨੂੰ, ਵਾਈਸ ਚੇਅਰਮੈਨ ਲਾਇਆ ਦਿੱਲੀ ਡਿਵੈਲਪਮੈਂਟ ਅਥਾਰਟੀ ਦਾ ਸ਼ੋਭਾਸ਼ੀਸ਼ ਪਾਂਡਾ ਨੂੰ। ਅਤੇ ਯਾਦ ਰੱਖਿਓ ਜਿਹੜੇ ਸ਼ੋਭਾਸ਼ੀਸ਼ ਪਾਂਡਾ ਨੇ, ਠੀਕ ਹੈ, ਇਹ ਆਪਣੇ ਕੋਲ IRDAI ਦੇ ਨਾਲ ਵੀ ਐਸੋਸੀਏਟਡ ਨੇ, ਤਾਂ ਇਹ ਮਤਲਬ ਚੇਅਰਮੈਨ ਨੇ, ਸ਼ੋਭਾਸ਼ੀਸ਼ ਪਾਂਡਾ ਚੇਅਰਮੈਨ ਨੇ IRDAI ਦੇ ਵੀ, ਇੰਡੀਅਨ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ, ਨਹੀਂ, ਇੰਟਰਨੈਸ਼ਨਲ ਰੈਗੂਲੇਟਰੀ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ, ਠੀਕ ਹੈ, ਬਾਕੀ ਚੈੱਕ ਕਰ ਲਿਓ। ਸ਼ੋਭਾਸ਼ੀਸ਼ ਪਾਂਡਾ ਦਿੱਲੀ ਡਿਵੈਲਪਮੈਂਟ ਅਥਾਰਟੀ ਅਤੇ IRDAI ਦੇ ਸ਼ੋਭਾਸ਼ੀਸ਼ ਪਾਂਡਾ। FSSAI ਇੰਪੋਰਟੈਂਟ ਹੈ ਵੀ, ਗਾਂਜੀ ਕਮਲਾ B ਰਾਓ, ਠੀਕ ਹੈ, 3 ਅਪੁਆਇੰਟਮੈਂਟਸ ਇੰਪੋਰਟੈਂਟ ਹੈ। ਉਹਦੇ ਬਾਅਦ 2 ਆਪਾਂ ਨੇ ਅਵਾਰਡ ਪੜ੍ਹੇ ਸੀਗੇ, EMBO ਜੰਗ ਇਨਵੈਸਟਰ ਅਵਾਰਡ ਮਹਿਮਾ ਸਵਾਮੀ, ਅਤੇ ਅੰਬੈਸਡਰ ਆਫ ਚੇਂਜ ਅਵਾਰਡ ਵਿਸ਼ਾਲ ਮਿੱਤਲ, ਠੀਕ ਹੈ। ਉਸ ਤੋਂ ਬਾਅਦ ਵਰਲਡ ਰੈਪਿਡ ਐਂਡ ਬਲਿਟ ਚੈਂਪੀਅਨਸ਼ਿਪ 2022 ਮੈਗਨਸ ਕਾਲਸਨ। S20 G20 ਦੀ ਕਿੱਥੇ ਹੋ ਰਹੀ ਹੈ, ਬੈਂਗਲੁਰੂ ਦੇ ਵਿੱਚ। ਥੀਮ ਸੀ ਦਾ ਡਿਸਰਪਟਿਵ ਸਾਇੰਸ ਫॉर ਇਨੋਵੇਟਿਵ ਸਸਟੇਨੇਬਲ ਡਿਵੈਲਪਮੈਂਟ। ਪਹਿਲੀ ਕੰਪਲੀਟ ਲਾਇਬ੍ਰੇਰੀ ਕੌਂਸਟੀਟੂਐਂਸੀ ਇੰਡੀਆ ਦੇ ਵਿੱਚ ਕਿਹੜੀ ਸੀ, ਕੇਰਲਾਸ ਧਰਮਦਨ। ਮੋਬਾਈਲ ਐਪ ਪ੍ਰਹਾਰੀ ਕਿਹਨੇ, ਆਪਣੇ ਹੋਮ ਮਿਨਿਸਟਰੀ ਨੇ, ਅਮਿਤ ਸ਼ਾਹ ਜੀ ਨੇ, ਕਿਹਦੇ ਵਾਸਤੇ, BSF ਵਾਸਤੇ। ਵਾਈਬਰੈਂਟ ਵਿਲੇਜ ਪ੍ਰੋਗਰਾਮ PM ਮੋਦੀ ਜੀ ਦੁਆਰਾ ਲਾਂਚ ਕੀਤਾ ਗਿਆ, ਅਤੇ BSF ਦਾ ਇਨੀਸ਼ੀਏਟਿਵ ਹੈ ਵੀ ਇਨਕਰੀਜ਼ਿੰਗ ਟੂਰਿਜ਼ਮ ਇਨ ਵਿਲੇਜਸ, ਠੀਕ ਹੈ। ਤਾਂ ਅੱਜ ਲਈ ਕਰੰਟ ਅਫੇਅਰ ਬਹੁਤ ਨੇ, ਤਾਂ ਉਮੀਦ ਕਰਦੇ ਵੀ ਤੁਹਾਨੂੰ ਸਾਰਿਆਂ ਨੂੰ ਵਧੀਆ ਸਮਝ ਆਇਆ ਹੋਊਗਾ। ਥੈਂਕ ਯੂ, ਹੈਵ ਅ ਨਾਈਸ ਡੇ, ਠੀਕ ਹੈ। ਤਾਂ ਵਾਹਿਗੁਰੂ ਆਪਣੀ ਸਾਰਿਆਂ ਦੀ ਜਿਹੜੀ ਮਿਹਨਤ ਨੂੰ ਰਾਸ ਲਾਵੇ, ਠੀਕ ਹੈ। ਮਿਲਦੇ ਹਾਂ ਫਿਰ ਆਪਾਂ ਨੈਕਸਟ ਕਲਾਸ ਦੇ ਵਿੱਚ। ਜੇ ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਇਹਨੂੰ ਸ਼ੇਅਰ ਕਰਿਓ।
ਤਾਂ ਮਿਲਦੇ ਹਾਂ ਜੀ ਫਿਰ ਨੈਕਸਟ ਕਲਾਸ ਦੇ ਨਾਲ। ਥੈਂਕ ਯੂ, ਹੈਵ ਅ ਨਾਈਸ ਡੇ।